ਕਾਂਚੀ ਟੀਵੀ ਅਤੇ ਬੀਨਸ ਟੀਵੀ ਤੇ ਬੈਠੀ ਸਾਧ ਸੰਗਤ ਜੀ, ਰਮੇਸ਼ ਕਲੇਰ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ। ਸਾਡੇ ਨਾਲ ਹਰੇਕ ਵੀਰਵਾਰ ਦੀ ਤਰ੍ਹਾਂ ਨਵੇਂ ਮਹਾਨ ਨਵੇਂ ਮੁੱਦੇ ਲੈ ਕੇ ਆਉਂਦੇ ਹਾਂ, ਤੁਹਾਡੇ ਨਾਲ ਰੂਬਰੂ ਹੁੰਦੇ ਹਾਂ। ਤੇ ਮੇਰੇ ਖੱਬੇ ਹੱਥ ਚੱਕਰਵਰਤੀ ਗੌਤਮ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ, ਜੈ ਭੀਮ। ਉਹਨਾਂ ਦੇ ਨਾਲ ਡਾਕਟਰ ਵਿਜੇ ਕਦਮ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ, ਜੈ ਭੀਮ। ਤੇ ਸਾਡੇ ਅਵਿਨਾਸ਼ ਕਾਂਬਲੇ ਜੀ, ਜੋ ਸਾਡੇ ਯੂਨਾਈਟਿਡ ਬੁੱਧਿਸਟ ਫੈਡਰੇਸ਼ਨ ਦੇ ਜੋ ਚੇਅਰਮੈਨ ਹਨ, ਜੈ ਗੁਰਦੇਵ ਜੀ, ਜੈ ਭੀਮ ਜੀ। ਤੇ ਹੁਣ ਕਾਂਬਲੇ ਸਾਹਿਬ ਪੋਰਟਰੇਟ ਨੂੰ ਆਪਣੇ ਫੁੱਲ ਅਰਪਿਤ ਕਰਨਗੇ ਜੀ। ਅੱਜ सारे जहाँ से जहाँ है जिसकी शरण में, सारे जहाँ है जिसकी शरण में, नमन ही उस बाबा के चरण में, नमन ही उस बाबा के चरण में, बने उस बाबा के चरणों की धूल, बाबा बने उस बाबा के चरणों की धूल, आओ मिलकर चढ़ाए श्रद्धा के फूल, आओ मिलकर चढ़ाए श्रद्धा के फूल। ਇਹ ਸਨ ਸਾਡੇ ਅਵਿਨਾਸ਼ ਕੰਬਲੇ ਜੀ ਤੇ ਜਿਨ੍ਹਾਂ ਨੇ ਪੋਰਟਰੇਟ ਨੂੰ ਆਪਣੇ ਫਲਾਵਰ ਅਰਪਿਤ ਕੀਤੇ ਹਨ। ਆਪਣੀ ਸੀਟ ਤੇ ਆ ਜਾਓ ਜੀ। ਤੇ ਇਸ ਦੇ ਨਾਲ ਨਾਲ ਇੱਕ ਦੋ ਸਾਡੀਆਂ ਅਨਾਉਂਸਮੈਂਟਾਂ ਹਨ। ਪਹਿਲਾਂ ਅਨਾਉਂਸਮੈਂਟਾਂ ਕਰਦੇ ਜਾਈਏ। ਪੈਰਿਸ ਤੋਂ ਸੂਚਨਾ ਦਿੰਦੇ ਹਨ ਰਾਣਾ ਗਮਟਾਲਾ ਜੀ, ਰਾਮ ਲਾਲ ਜੀ, ਬਲਵੀਰ ਮੌਲੀ ਜੀ। 24 ਤਰੀਕ ਨੂੰ ਫਰਾਂਸ ਵਿਖੇ ਬੁੱਧਵਾਰ ਨੂੰ ਮਹਾਪੁਰਸ਼ 108 ਸੰਤ ਨਰਿੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸਰਿੰਦਰ ਦਾਸ ਬਾਬਾ ਜੀ, ਜੋ ਯੂਰਪ ਦੇ ਧਰਤੀ ਤੇ ਆ ਰਹੇ ਹਨ ਗੁਰੂ ਦਾਸ ਮਹਾਰਾਜ ਦੇ ਮਿਸ਼ਨ ਨੂੰ ਲੈ ਕੇ। ਉਹਨਾਂ ਦੀ ਬਹੁਤ ਵੱਡੀ ਦੇਣ ਹੈ ਰਵਿਦਾਸੀਆ ਕੌਮ ਦੇ ਲਈ। ਤੇ ਮਹਾਂਪੁਰਸ਼ਾਂ ਦਾ ਜੋ ਸਤਸੰਗ ਹੈ 24 ਅਪ੍ਰੈਲ ਨੂੰ ਪੈਰਿਸ ਦੀ ਧਰਤੀ ਉੱਤੇ ਹੋਵੇਗਾ। ਤੇ ਉਸ ਤੋਂ ਬਾਅਦ 4 ਮਈ ਨੂੰ ਸ਼ਾਮ ਨੂੰ ਸ਼ਨੀਚਰਵਾਰ ਜੋ ਕਰੋਪੀ ਹੈ ਗੁਰੂ ਘਰ, ਜੋ ਜਿੱਥੇ ਅਵਤਾਰ ਚੰਦ ਸੋਢੀ ਜੀ ਪ੍ਰਧਾਨ ਹਨ, ਸਾਨੂੰ ਸੂਚਨਾ ਦਿੰਦੇ ਹਨ 4 ਮਈ ਨੂੰ ਸ਼ਨੀਚਰਵਾਰ ਨੂੰ ਸ਼ਾਮ ਨੂੰ ਜਾਗੋ ਹੋਵੇਗੀ। 5 ਤਰੀਕ ਨੂੰ ਮਹਾਂਪੁਰਸ਼ਾਂ ਦਾ 108 ਸੰਤ ਨਰਿੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸੰਤ ਸਰਿੰਦਰ ਦਾਸ ਬਾਬਾ ਜੀ, ਉਹ ਉੱਥੇ ਪ੍ਰਵਚਨ ਕਰਨਗੇ ਤੇ ਸਤਸੰਗ ਹੋਵੇਗਾ। ਸਾਰੀਆਂ ਇਸ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਸਤਸੰਗ ਵਿੱਚ ਪਹੁੰਚ ਕੇ ਆਪਣੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਗੁਰਦਾਸ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਨਾਲ ਜੁੜੋ ਜੀ। ਤੇ ਨਾਲ ਦੀ ਨਾਲ ਸਾਡੇ ਗਧਾਰੀ ਲਾਲ ਖੁੱਟਣ ਜੀ, ਪ੍ਰੇਮ ਸਰੀਤਾ ਜੀ ਖੁੱਟਣ ਜੀ ਸੌਦਾਲ ਤੋਂ, ਮੀਨਾ ਖੁੱਟਣ ਲੰਡਨ ਤੋਂ, ਰਜਨੀ ਅਤੇ ਵਿਜੇ ਕੁਮਾਰ ਕੁਐਂਟਰੀ ਤੋਂ ਕਾਂਚੀ ਟੀਵੀ ਦਾ ਬਹੁਤ ਧੰਨਵਾਦ ਕਰਦੇ। ਬਹੁਤ ਬਹੁਤ ਸੇਵਾ ਦੇ ਰਹੇ ਹਨ, ਭੇਜ ਰਹੇ ਹਨ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਨੂਰਮਹਿਲ ਕੋਲ ਪਿੰਡ ਸੁੰਡੜ ਕਲਾਂ, ਉੱਥੇ ਜੋ ਬਾਬਾ ਸਾਹਿਬ ਦੀ ਜਯੰਤੀ ਕੱਲ੍ਹ ਨੂੰ ਫਰਾਈਡੇ ਵਾਲੇ ਦਿਨ ਸ਼ਾਮ ਨੂੰ ਮਨਾਈ ਜਾ ਰਹੀ ਹੈ, ਜਿਸ ਦੇ ਵਿੱਚ ਇੰਗਲੈਂਡ ਤੋਂ ਸਪੈਸ਼ਲ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਦੇ ਜੋ ਪ੍ਰੈਜ਼ੀਡੈਂਟ ਹਨ ਸਾਡੇ ਬਲਵੀਰ ਕਲੇਰ ਜੀ, ਉਹ ਉੱਥੇ ਪਹੁੰਚ ਰਹੇ ਹਨ। ਤੇ ਉਹਨਾਂ ਦੇ ਨਾਲ ਨਾਲ ਆਪਣੇ ਮਹਿੰਦਰ ਸੰਧੂ ਜੀ, ਓਂਕਾਰ ਖਾਟੀ ਜੀ, ਰਜਿੰਦਰ ਕਲੇਰ ਜੀ ਤੇ ਮਾਸਟਰ ਸੋਮਦੇਵ ਜੀ, ਰਜੇਸ਼ ਬਾਗਾ ਜੋ ਅਨੁਸੂਚਿਤ ਜਾਤੀ ਦੇ ਚੇਅਰਮੈਨ ਹਨ ਪੰਜਾਬ ਦੇ, ਉਹ ਉੱਥੇ ਸਪੈਸ਼ਲ ਤੌਰ ਤੇ ਪਹੁੰਚ ਰਹੇ ਹਨ। ਅਤੇ ਭੈਣ ਵਿਦਿਆ ਗੌਤਮ ਜੀ, ਉਹ ਵੀ ਉੱਥੇ ਪਹੁੰਚ ਰਹੇ ਹਨ। ਟਾਈਗਰ ਫੋਰਸ ਦੀ ਸਾਰੀ ਕਮੇਟੀ ਉੱਥੇ ਪਹੁੰਚ ਰਹੀ ਹੈ। ਤੇ ਸਾਰੇ ਜੋ ਕਾਂਚੀ ਟੀਵੀ ਨੂੰ ਮੇਰੇ ਵੀਰ ਦੇਖਦੇ ਹਨ, ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਪੈਨੀ ਦਾ ਜੋ ਪਾਉਂਡ ਜਾਂ ਚੱਲਦਾ ਹੈ ਆਪਣੇ ਲਾਇਕਾ ਫੋਨ, ਉਸ ਨੂੰ ਫੋਨ ਕਰਕੇ ਆਪਣੇ ਪੰਜਾਬ ਦੀ ਧਰਤੀ ਤੇ ਕਹੋ ਕਿ ਕੱਲ੍ਹ ਨੂੰ ਬਾਬਾ ਸਾਹਿਬ ਦੀ ਜਯੰਤੀ ਸੁੰਡੜ ਕਲਾ ਵਿਖੇ ਨੂਰਮਹਿਲ ਦੇ ਲਾਗੇ ਮਨਾਈ ਜਾ ਰਹੀ ਹੈ, ਉੱਥੇ ਜ਼ਰੂਰ ਪਹੁੰਚਣ, ਤਾਂ ਕਿ ਉਹ ਬਾਬਾ ਸਾਹਿਬ ਦੇ ਜੋ ਸਾਡੇ ਉੱਤੇ ਕਰਮ ਕੀਤੇ ਹੋਏ ਹਨ ਅਸੀਂ ਉਹਨਾਂ ਨੂੰ ਨਮਸਕਾਰ ਸਲੂਟ ਕਰ ਸਕੀਏ ਜੀ। ਇਸ ਦੇ ਨਾਲ ਨਾਲ ਹੁਣ ਤੁਸੀਂ ਇੱਕ ਗੀਤ ਦੇ ਵੱਲ ਜਾਓਗੇ। ਗੀਤ ਤੋਂ ਬਾਅਦ ਜੋ ਮਹਿਮਾਨ ਆਏ ਹਨ ਉਹਨਾਂ ਦੇ ਨਾਲ ਤੁਹਾਡੀ ਵਾਰਤਾਚਾਤ ਕਰਾਵਾਂਗੇ। ਜੈ ਗੁਰਦੇਵ, ਧੰਨ ਗੁਰਦੇਵ। ਅਸੀਂ ਦਾਨ ਲੱਖਾਂ ਦੇ ਸਕਦੇ ਨਹੀਂ, ਪਰ ਦੱਸ ਪਾਉਂਦੇ ਤਾਂ ਥੱਕਦੇ ਨਹੀਂ। ਅਸੀਂ ਦਾਨ ਲੱਖਾਂ ਦੇ ਸਕਦੇ ਨਹੀਂ, ਪਰ ਦੱਸ ਪਾਉਂਦੇ ਤਾਂ ਥੱਕਦੇ ਨਹੀਂ। ਉਨੀ ਵਧੇ ਕਮਾਈ ਜੋ ਕੁਝ ਦਾਨ ਚ ਪਾਵਾਂਗੇ, ਜੋ ਕੁਝ ਦਾਨ ਚ ਪਾਵਾਂਗੇ। ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ। ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ। ਕਹਿਣ ਸਿਆਣੇ ਸਾਗਰ ਭਰ ਜਾਂਦੇ, ਦਾਨ ਦੇਣ ਤੋਂ ਡਰਦੇ ਜੋ ਡਨ ਲੱਖਾਂ ਭਰ ਜਾਂਦੇ। ਬੂੰਦ ਬੂੰਦ ਨਾਲ ਕਹਿਣ ਸਿਆਣੇ ਸਾਗਰ
दर्द कोई रहिंदा हर पल सुख ही पावांगे हर पल सुख ही पावांगे ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ चिड़िया चुगिया खेत जदों पिछों पछताउणा की ਹੁਣ ਨਾ ਸੰਭਾਲਿਆ ਵੇਲਾ ਫਿਰ ਮੁੜ ਕੇ ਹੱਥ ਆਉਣਾ ਨੀ चिड़िया चुगिया खेत जदों पिछों पछताउणा की ਹੁਣ ਨਾ ਸੰਭਾਲਿਆ ਵੇਲਾ ਫਿਰ ਮੁੜ ਕੇ ਹੱਥ ਆਉਣਾ ਨਹੀਂ ਪੁੱਛਣਗੇ ਜਦ ਬੱਚੇ ਕੌਣ ਸੀ ਗੁਰੂ ਸਮਝਾਵਾਂਗੇ ਕੌਣ ਸੀ ਗੁਰੂ ਸਮਝਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਯੂਕੇ ਵਾਲਾ ਕਲੇਰ ਗੁਰਾਂ ਦਾ ਹੁਕਮ ਵਜਾਉਂਦਾ ਏ ਦਾਨ ਨਾਲ ਕੁਝ ਘਟਦਾ ਸਭ ਨੂੰ ਗੱਲ ਸਮਝਾਉਂਦਾ ਏ ਯੂਕੇ ਵਾਲਾ ਕਲੇਰ ਗੁਰਾਂ ਦਾ ਹੁਕਮ ਵਜਾਉਂਦਾ ਏ ਦਾਨ ਨਾਲ ਕੁਝ ਘਟਦਾ ਸਭ ਨੂੰ ਗੱਲ ਸਮਝਾਉਂਦਾ ਏ ਰਮੇਸ਼ ਕਲੇਰਾ ਫਿਰ ਦੁੱਖਾਂ ਤੋਂ ਮੁਕਤੀ ਪਾਵਾਂਗੇ ਸਾਰੇ ਮੁਕਤੀ ਪਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ ਜੈ ਗੁਰਦੇਵ ਧੰਨ ਗੁਰਦੇਵ। ਤੇ ਹੁਣ ਤੁਸੀਂ ਗੀਤ ਸੁਣਿਆ ਇਹ ਮਹਾਂਪੁਰਸ਼ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜ਼ੀਰ 108 ਸੁਰਿੰਦਰ ਦਾ ਬਾਬਾ ਜੀ ਯੂਰਪ ਦੇ ਦੌਰੇ ਤੇ ਆ ਰਹੇ ਹਨ, ਫੇਰੀ ਤੇ ਆ ਰਹੇ ਹਨ ਗੁਰਦਾਸ ਮਹਾਰਾਜ ਦੇ ਮਿਸ਼ਨ ਨੂੰ ਲੈ ਕੇ। ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਇਹ ਗੀਤ ਲਾਇਆ ਸੀ। ਤੇ ਸਾਡੇ ਨਾਲ ਹੁਣ ਡਾਕਟਰ ਵਿਜੇ ਕਦਮ ਜੀ ਬਹੁਜਨ ਹਿਤਾਇਤ ਸੰਘ ਦੇ ਜੋ ਕੋਆਰਡੀਨੇਟਰ ਹਨ, ਇਹ ਤੁਹਾਨੂੰ ਵੈਲਕਮ ਕਰਦੇ ਸਾਹਿਬ जी। तो तुसी आप मैं एक सवाल आपको पूछेगा तो जे बाकी के सवाल चक्रवर्ती साहब पूछेंगे। जो बाबा साहब के बस्तर हैं महाराष्ट्र गवर्नमेंट के कोल पड़े हैं, उनकी जो हमने इंटरनेट पे देखा है कि उनकी इतनी हालत बुरी है, खस्ता हो चुकी है। उनकी टाई कोट पेंट जो चेयर है टाइपराइटर जिसने संविधान लिखा है टाइपराइटर ने वो खस्ता हो चुके हैं। हम चाहते हैं कि रविदासिया कौम या अम्बेडकर कौम जहाँ हम सब रल के कांची टीवी वाले जे अगर महाराष्ट्र गवर्नमेंट उसको लुक आफ्टर नहीं कर सकती, जहाँ सेंट्रल गवर्नमेंट लुक आफ्टर नहीं कर सकती, तो हम करने को तैयार हैं। आपका क्या इसके बारे में ख्याल है? ये बहुत ही आपने महत्वपूर्ण मुद्दा उठाया है। हम जानते हैं जिसको आज बाबा साहब की जयंती पूरी दुनिया में आज सेलिब्रेट हो रही है, और एक दिन खाली सेलिब्रेट नहीं होती है, महीनों महीनों मार्च से लेके अप्रैल से लेके मई तक वो हम सेलिब्रेट करते हैं। और हम अब देखेंगे कि पूरी दुनिया में लेनिन के बाद अगर कोई सबसे बड़ा जमा होता है, आप देखेंगे 14 अप्रैल और 6 दिसंबर को 10 लाख के ऊपर मतलब 1 मिलियन के ऊपर लोग स्पॉन्टेनियसली बाबा साहब के लिए दौड़ पड़ते हैं, अपना खुद का पैसा खर्चा करके वॉलंटरीली आ जाते हैं। मैं नहीं समझता हूँ कि आज इस धरती पे इतना बड़ा जमाव किसी के लिए वॉलंटरीली अपने खुद से पैसा खर्चा करके श्रद्धांजलि अर्पण करने के लिए आता है। और आज मैं देख रहा हूँ यहाँ पे मैं इंग्लैंड में आया हूँ, हाउस ऑफ यहाँ पे हमारे इंडियन हाई कमीशन में बाबा साहब की जयंती सेलिब्रेट की, और अम्बेडकर राइट सेंटर में हमने जहाँ पे हमारे मेयर आए थे, लंदन के मेयर आए थे, स्टूडियो में भी और या कांची टीवी के स्टूडियो में भी, और कल रविदासिया सब अपना समाज जो है जय गुरुदेव वो भी सेलिब्रेट कर रहा है। तो बहुत सारे सेक्ट्स के लोग उसमें शामिल हो रहे हैं। और यहाँ पे जो आदमी ने
मैं बोलता हूँ एक समाज के लिए नहीं, पूरे दुनिया पे एक तरह का मैं बोलता हूँ उपकार की भावना तो नहीं बोलेंगे, पर सब समूह के लिए काम किया है। आज बाबा साहब ने पिछड़े जाति के लिए काम किया है, यही फोकस किया जाता है। पर बाबा साहब ने हिंदू कोड बिल लाया, जिसका सबसे ज्यादा उपभोग हमारी सभी कम्युनिटी ले रही है। हिंदू लेडीज को उनका राइट मिल रहा है। और जो आदमी ने कम से कम 1 करोड़ लोगों का माना जाता है, जैसे जो लोअर कास्ट, डाउन ट्रोडन है, ओबीसी है, सभी समाज के लिए काम किया है, वो आदमी का अगर ये पूरा जो बिलोंगिंग्स है इतने बुरे कंडीशन में है, तो ये हमारे लिए मुझे लगता है सबसे शर्मनाक बात है। सबसे शर्मनाक बात मैं इसको कहूँगा। और आप लोगों ने अगर ये मुद्दा उठाया है और आप लोग लेने के लिए तैयार है, तो मैं कहता हूँ कि इससे महाराष्ट्र गवर्नमेंट और गवर्नमेंट ऑफ इंडिया जरूर कोई इनिशिएटिव लेगी और अपने देश को शर्मसार होने से बचाएगी। और वो इनिशिएटिव लेके जल्दी में जल्दी ये चीज़ों का हम बहुत अच्छे तरीके से ये करेंगे, कस्टडी लेंगे और उसको संभाल के रखेंगे। ਇਹ ਸਨ ਸਾਡੇ ਵਿਜੇ ਕਦਮ ਜੀ ਬਹੁਜਨ ਹਿਤਾਇ ਸੰਘ ਦੇ ਕੋਆਰਡੀਨੇਟਰ। ਤੇ ਸਾਨੂੰ ਇੱਕ ਅੱਜ ਹੁਣੇ ਇੱਕ ਪਹਿਲਾਂ ਜਦੋਂ ਮੈਂ ਬੈਠਣ ਲੱਗਾ ਸੀ ਉਸ ਤੋਂ ਪਹਿਲਾਂ ਇੱਕ ਫੋਨ ਕਾਲ ਆਈ ਸੀ ਕਿ ਬਿੱਟੂ ਪ੍ਰਿੰਸ ਆਫ ਵੇਲਜ਼ ਜੋ ਹੈ ਤੇ ਰਜਿੰਦਰ ਸਿੰਘ ਮੋਖਾ ਕਾਂਚੀ ਟੀਵੀ ਨੂੰ ਵਧਾਈਆਂ ਦਿੰਦੇ ਹਨ। ਬਿੱਟੂ ਪ੍ਰਿੰਸ ਆਫ ਵੇਲਜ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਮੋਖਾ ਜੀ ਰਜਿੰਦਰ ਸਿੰਘ ਮੋਖਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਦੇਖਦੇ ਰਹੋ। ਤੇ ਹੁਣ ਸਾਡੇ ਨਾਲ ਚੱਕਰਵਰਤੀ ਸਾਹਿਬ, ਤੁਸੀਂ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਬਾਬਾ ਸਾਹਿਬ ਬਾਰੇ ਜਾਂ ਜੋ ਆਪਣੇ डिस्क्रिमिनेशन बिल सी जो उसके बारे जो भी आप डॉक्टर साहब से पूछना चाहते हैं आप पूछ सकते हो। डॉक्टर साहब से मैं पूछूं उसके पहले रमेश जी, मैं हमारे सभी काशी टेलीविज़न देखने वाले सभी भाई लोगों को बाबा साहब की जन्मदिन की लाख लाख बधाई देता हूं। हमारे महान सद्गुरु रविदास महाराज के जन्मदिन पर तो हम मनाया, उसके बाद में हम हमारे गुरु हमारे मार्गदाता है बाबा साहब अम्बेडकर का जो हम जन्मदिन मना रहे हैं, तो इसी समय पर सबसे बड़ी जो बाबा साहब को जो श्रद्धांजलि हमने देनी थी, और बाबा साहब का जो सबसे बड़ा जो नेम था वो ये था रमेश जी कि मेरे लाइफ टाइम में एक कास्ट सिस्टम जो है कम्प्लीटली एबॉलिश होनी चाहिए। अभी कास्ट डिस्क्रिमिनेशन का जो इमोशनल बैगेजेस जो हमारे लोग वहाँ से लेके आए हैं, वो जहाँ भी गए हैं, अगर अफ्रीका गए हैं, फिजी गए हैं, और जगह कंट्री में गए हैं, लेकिन वहाँ से भी आए और वो इमोशनल बैगेजेस रमेश जी अभी भी वो लेके आए हैं। और कास्ट सिस्टम जो इतनी प्रीडोमिनेंट है, लोगों ने हमारे सामने आके रोए हैं। हमारे जो नौजवान बच्चे लोगों ने जो अपने जो जॉब्स में कहो, अपने जो शिक्षा में, एजुकेशन में कहो, तरह तरह की मेडिकल सर्विस में कहो, जगह जगह पर वो लोगों की डिस्क्रिमिनेशन हुई है। और रमेश जी उसकी जो साबित जो करने देख सकते हैं, उसका जो हमने अपने आप से देखा कि जब भी लास्ट मंगलवार को जब हम वहाँ इकट्ठे हुए और हमारे जो भाई लोग जो वहाँ हजारों की तादाद में जहाँ इकट्ठे हुए और वो लोगों ने नारा लगाया, और वो मंगल का दिन वर्किंग डे था, लोग अपनी छुट्टियां लेके रमेश जी वहाँ आए, फिर भी पहुंचे होते, वहाँ पहुँचे। और रविदासिया भाई लोग कहो, वाल्मीकि भाई लोग कहो, बुद्धिस्ट भाई लोग कहो, कोई भी हो, लेकिन वो बाबा साहब के चाहक है और बाबा साहब ने जो संदेश दिया है वो लिया। अभी सिचुएशन ये है रमेश जी कि हम जो है छोटी सी वोट के लिए हम वो हमारी डिफीट हुई, वो ये हुई कि 310 जो है वो जो दूसरे जो लोग हैं, सरकार वाले जो लोग हैं, वो लोग ले गए 310, हमारी फेवर में पड़े 214 44 और अगेंस्ट में वो गया 64। तो अभी क्या होने वाला है रमेश जी, मंडे को जो टेबल करने वाले हैं वो अमेंडमेंट के बारे में और उसकी चर्चा लेंगे हमारे लीड में, जो लॉर्ड हैरिस जो हमारे लिए खास कहते हैं, लॉर्ड बैरोनेस थॉरंटन जो है, और लॉर्ड इंद्रजीत सिंह, लॉर्ड एवबरी एंड लॉर्ड डेबन, ये लोग लीड लेंगे और वो डिबेट होने वाली है मंडे को। अभी हमारा सबसे बड़ी जिम्मेदारी ये है, हर एक हमारे जो भाई लोग हैं, हमारे जो भाई लोग सुन रहे हैं, उसके अपने अपने जो हाउस ऑफ लॉर्ड के जो मेंबर है, जिसके साथ भी संपर्क है, उसको ईमेल के जरिए, फ़ोन के जरिए अपने जो बारे में जो विक्टिम है, जिसके बारे में हमको जो ये बहुत ज़रूरी है, बाबा साहब की जयंती सही ढंग से हम मना पाएंगे अगर हम मंडे को हमारी फेवर में ये जो ज़्यादा ही ज़्यादा जो वोट मिली है वही वोट हम सलामत रखें, तो हमारे लिए अच्छा रहे। आप विजय जी से भी जो पूछना है, विजय जी से हमको ये पूछना है रमेश जी कि जो ये मूल है जो हमारा कास्ट सिस्टम का वो सिस्टम है, और वो डॉक्टर विजय कदम का वो वास्ता डायरेक्टली रहा लोगों के साथ कि हमारे लोगों ने क्या सफरिंग किया और अपने आंखों से उसने देखा
अपने आंखों से वो भी अपने आप विक्टिम रहे, और वो ज़्यादा से ज़्यादा जो विक्टिम रहे, माने हमारे लोगों में जाति भेद और वो जो कास्ट सिस्टम वहाँ है वो कैसे रही, कैसे उसका मूल क्या है, उसका जेनेसिस क्या है कास्ट सिस्टम का। और बाबा साहब ने जो एनाहिलेशन जो कास्ट लिखी थी, उसके बाद में जो सबसे बड़ा जो बीड़ा लिया गया, और वो जो हमारे यहाँ जो अभी नवसर्जन और नव जागृति का जो विचार जो चलता है, उसके बारे में आप खुल के बताओ। आप खुल के बताइए। यहाँ पे मैं ये बात धन्यवाद गौतम जी और रमेश जी। तो ये मुद्दा आपने उठाया, जहाँ तक मुझे याद है रिसेंटली अभी एक खैरलान जी का बहुत बड़ा हत्याकांड हमारे यहाँ पे हुआ था। उसमें पूरी फैमिली को बहुत ब्रूटल तरीके से, बहुत गलत तरीके से मार दिया गया था। और रिसेंटली एक सोनई में भी एक ऐसा ही बहुत ज़बरदस्त हत्याकांड हुआ है। अगर वो हम लोग वो देखते हैं और सुनते हैं तो हमारे रोंगटे खड़े हो जाते हैं। क्या हम ये लार्जेस्ट डेमोक्रेसी में आज हैं, दुनिया के लार्जेस्ट डेमोक्रेसी में हम जीते हैं, जब हम ये अभिमान से कहते हैं, और उसी डेमोक्रेसी में इतने दर्दनाक वाक़यात जब होती है तो रोंगटे खड़े हो जाते हैं। और फिर मुझे वो दिन याद आते हैं जब आपको वो मैं बताना चाहता हूँ, अगर वो किस्सा मैं बताऊँगा तो आपके भी आंखों में मतलब ऐसे आंसू जमा हो जाएंगे कि जब ये वर्ण सिस्टम बहुत उसके हाईएस्ट मोड पे था और पेशवाई का राज था, तो पेशवाई के ज़माने में शूद्र को और अतिशूद्र को या अनटचेबल पीपल को रास्ते से जाने के लिए भी अनुमति नहीं थी। और जब वो रास्ते से जाते थे तो उनके गले में मटका रहता था और उनके कमर पे झाड़ू रहता था। अभी आप पूछेंगे कि ये क्या सिस्टम है, ये आपने तो कभी सुना ही नहीं होगा। गले में धागा तो हम सुनते हैं, पर ये मटका, और ये मटका इसीलिए है कि वो जब बात करेंगे तो उनकी जो थूकी आती है या उनको थूकना है तो वो किसी के ऊपर उसका इन्फेक्शन नहीं होना चाहिए। वो इतना अपवित्र माना जाता था, तो उसकी थूकी वो मटके में आनी चाहिए। और उसके जो कमर पे झाड़ू जो बांधा दिया था, वो अगर रास्ते से चलता है तो उसके पग के जो निशान वो रास्ते पे उमटने नहीं चाहिए। तो वो खत्म करने के लिए ऐसा वो पेशवाई के जमाने में जब होता था। तो अभी ये जो वाक्यता हो रहे हैं तो वो देख के मुझे ऐसा लगता है, तो क्या हम वापस तो नहीं जा रहे उसी की तरफ? क्या ये वही तो सिलसिला चालू होने नहीं जा रहा है वापस? पर ये सबसे फाइट करके बाबा साहब ने सबका संविधान लिखा और ये देश को बचाने की कोशिश की। आपने जाना होगा कि ये देश पे सबसे ज्यादा अत्याचार और सभी देशों ने हमला किया है। आप हून ले लो, आप शक ले लो, आप हबशी ले लो, मुस्लिम ले लो, क्रिश्चियन ले लो, सभी कौम के लोगों ने हिंदुस्तान पे राज किया है। और ये राज का इसके पीछे का रीजन क्या है? हमारा आबादी तो इतना सारा है, इतने सारे देव देवता हमारे साथ हैं, तो उसके बावजूद भी हम पे राज क्यों किया गया? तो उसका एक ही रीजन है कि हमारी जो जातियां हैं वो इतनी बटी हुई थी कि कोई भी जो अपर कास्ट ब्राह्मण है वो क्षत्रिय के साथ खाना नहीं खा सकता, क्षत्रिय जो है वो वैश्य के साथ खाना नहीं खा सकता, वैश्य जो है वो शूद्र के साथ रोटी बेटी व्यवहार तो छोड़ो, साथ में रह नहीं सकता, साथ में लड़ नहीं सकता। और अनटचेबल है उनका तो इतना घिनौना जिंदगी था कि आज हम सोच भी नहीं सकते। तो इसीलिए हम लोगों पे हर किसी ने राज किया है। पर अभी हमको गर्व है कि जब से बाबा साहब का संविधान यहाँ पे इम्प्लीमेंट हुआ ये देश पे, तो 60 साल में हम लोगों ने जो प्रगति की है, जो प्रोग्रेस किया है, कि आज हमारे देश की लोकसभा की जो स्पीकर है वो मीरा कुमारी, वो पिछड़ी जाति की है। ये उसके बाद हमारा जो डिफेंस मिनिस्टर है सुशील कुमार शिंदे जी, उनको वो चांस मिला है। उसके बाद जो सीएम बहुत सारे देशों में जो स्टेट्स में सुशील कुमार शिंदे सीएम रह चुके हैं। उसके बाद चीफ सेक्रेटरी ऑफ द सो मेनी स्टेट्स हैज कमिंग फ्रॉम दिस कम्युनिटी। सो ये लोगों को जो अलग किया जा रहा था, वो लोगों को जब ये शामिल हो गए तो एक फोर्स बन के खड़ा हो गया। और आज हम बात कर रहे हैं कि इंडिया विल बी सुपर पावर इन 20 और 30 ईयर्स। तो जब तक हम ये सभी समूहों को साथ में नहीं लेते हैं, तब तक हमारा सुपर पावर बनना गलत बात है। और ये जो वाक़यात हो रही है ये नहीं होनी चाहिए, यही मेरा कहना है। ਇਹ ਸਨ ਡਾਕਟਰ ਵਿਜੇ ਕਦਮ ਜੀ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਸਾਨੂੰ ਹਿਸਟਰੀ ਦੇ ਵਿੱਚ ਜੋੜਿਆ ਹੈ। ਤੇ ਜਿਸ ਤਰ੍ਹਾਂ ਬਾਬਾ ਸਾਹਿਬ ਦੀ ਦੇਣ ਹੈ, ਅਸੀਂ ਹਾਲੇ ਵੀ ਪਿੱਛੇ ਬੈਠੇ ਹਾਂ। ਪਤਾ ਨਹੀਂ ਗੁਰੂ ਦਾਸ ਮਹਾਰਾਜ ਦੀ ਜੋ ਦੇਣ ਹੈ, ਬਾਬਾ ਸਾਹਿਬ ਦੀ ਉਸ ਨੂੰ ਫੋਲੋ ਕੀਤਾ। ਬਾਬਾ ਸਾਹਿਬ ਨੇ ਜੋ ਸਾਨੂੰ ਲਿਖਤੀ ਕਾਨੂੰਨੀ ਤੌਰ ਤੇ ਸਾਨੂੰ ਸੰਵਿਧਾਨ ਦਿੱਤਾ ਤੇ ਅਸੀਂ ਉਸ ਨੂੰ ਵੀ ਭੁਲਾਈ ਬੈਠੇ ਹਨ। ਕਈ ਲੋਕ ਤਾਂ ਇਦਾਂ ਦੇ ਲੋਕ ਹਨ, ਕਹਿੰਦੇ ਹਨ ਕਿ ਸੰਵਿਧਾਨ ਜੋ ਹੈ ਇਸ 'ਚ ਤਬਦੀਲੀਆਂ ਬਹੁਤ ਕਰਨ ਵਾਲੀਆਂ ਹਨ।
ਜਿਹੜੇ ABC ਲੋਕ ਨਹੀਂ ਜਾਣਦੇ ਉਹ ਸੰਵਿਧਾਨ ਦੀ ਤਬਦੀਲੀਆਂ ਕਰਨ ਦੀ ਗੱਲ ਕਰਦੇ ਨੇ, ਲੇਕਿਨ ਸ਼ਰਮ ਦੀ ਗੱਲ ਆ ਕਈ ਵਾਰ ਐਸੇ ਹੁੰਦਾ ਦੇਖਣ ਨੂੰ ਮਿਲਦਾ ਹੈ, ਦਿਲ ਕਰਦਾ ਹੈ ਕਿ ਇਹਨਾਂ ਲੋਕਾਂ ਦੇ ਨਾਲ ਕਿੱਥੋਂ ਇਹ ਬਾਬਾ ਸਾਹਿਬ ਨੇ ਕਿੱਦਾਂ ਇਹਨਾਂ ਲੋਕਾਂ ਲਈ ਕੀਤਾ। ਬਾਬਾ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਮੈਨੂੰ ਸੰਘਰਸ਼ ਆਨੰਦ ਦਿੰਦਾ, ਕੋਈ ਫਰਕ ਨਹੀਂ ਜਿੱਤਾਂ ਹਾਰਾਂ ਦਾ। ਆਪਣੇ ਚੱਕਰਵਾਤੀ ਜੀ ਕੱਲ ਹਾਰ ਹੋਈ ਤਾਂ ਕੋਈ ਗੱਲ ਨਹੀਂ, ਬਾਬਾ ਸਾਹਿਬ ਨੇ ਕੀ ਕਿਹਾ, ਮੈਨੂੰ ਸੰਘਰਸ਼ ਦਿੰਦਾ, ਕੋਈ ਫਰਕ ਨਹੀਂ ਜਿੱਤਾਂ ਹਾਰਾਂ ਦਾ, ਬਹੁਤੇ ਤਾਂ ਫੁੱਲ ਹੀ ਚੁਣਦੇ ਨੇ, ਮੈਂ ਰਾਹ ਚੁਣਿਆ ਅੰਗਿਆਰਾਂ ਦਾ। ਹਿੰਦੂ ਧਰਮ ਕੋਈ ਸਾਂਝਾ ਧਰਮ ਨਹੀਂ, ਇਹ ਧਰਮ ਰਿਹਾ ਪਰਿਵਾਰਾਂ ਦਾ, ਨਹੀਂ ਇੱਥੇ ਕੋਈ ਹਿਸਾਬ ਰਿਹਾ ਕਤਲਾਂ ਤੇ ਅਤਿਆਚਾਰਾਂ ਦਾ। ਖੇਤਾਂ ਖੂਹਾਂ ਦੀ ਸਾਂਝ ਨਹੀਂ, ਇੱਥੇ ਫਿਰਕੂ ਰੰਗ ਤਿਉਹਾਰਾਂ ਦਾ। ਸਹਿਜਲ ਦੇਸ਼ ਦੇ ਵਿੱਚ ਰੱਬ ਬੜੇ, ਕੋਈ ਰੱਬ ਨਹੀਂ ਗਮਗਾਰਾਂ ਦਾ। ਸਹਿਜਲ ਇਸ ਦੇਸ਼ ਦੇ ਵਿੱਚ ਰੱਬ ਬੜੇ, ਕੋਈ ਗਮ ਨਹੀਂ, ਰੱਬ ਨੇ ਕੋਈ ਗਮਗਾਰਾਂ ਦਾ। ਜਾਣੀ ਬਾਬਾ ਸਾਹਿਬ ਨੇ ਤਾਂ ਕਿਹਾ ਸੀ ਜੋ ਆਨੰਦ ਮੈਨੂੰ ਸੰਘਰਸ਼ ਦੇ ਵਿੱਚ ਆਉਂਦਾ ਆ, ਬੈਠ ਕੇ ਉੱਦਾਂ ਨਹੀਂ ਆਉਂਦਾ। ਉਹ ਸੰਘਰਸ਼ਮਈ ਆਪਣਾ ਜ਼ਿੰਦਗੀ ਉਹਨੇ ਗੁਜ਼ਾਰੀ ਆ। ਤੇ ਇਸ ਦੇ ਨਾਲ ਹੀ ਮੈਂ ਇੱਕ ਵਾਰੀ ਫਿਰ ਅਨਾਉਂਸ ਕਰਦਾ ਜਾਵਾਂ, ਕਿਉਂਕਿ ਇੰਡੀਆ ਤੋਂ ਬਾਰ-ਬਾਰ ਫੋਨ ਆਏ ਆ। ਬਲਵੀਰ ਕਲੇਰ ਜੀ ਜੋ ਸ਼੍ਰੀ ਗੁਰਦਾਸ ਮੀਡੀਆ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਹਨ, ਉਹ ਇੰਡੀਆ ਪਹੁੰਚੇ ਹਨ। ਸੁੰਡਰ ਕਲਾਂ ਵਿਖੇ ਬਾਬਾ ਸਾਹਿਬ ਦੀ ਜਯੰਤੀ ਕੱਲ੍ਹ ਨੂੰ ਮਨਾਈ ਜਾ ਰਹੀ ਆ। ਮਿੰਦਰ ਸੰਧੂ ਜੀ, ਓਂਕਾਰ ਖਾਟੀ ਜੀ, ਰਜਿੰਦਰ ਕਲੇਰ ਜੀ, ਮਾਸਟਰ ਸੋਮਰਾਜ ਜੀ, ਰਜੇਸ਼ ਬਾਗਾ ਜੀ ਚੇਅਰਮੈਨ ਅਨੁਸੂਚਿਤ ਜਾਤੀ ਦੇ ਜੋ ਚੇਅਰਮੈਨ ਹਨ ਉਹ ਵੀ ਉੱਥੇ ਪਹੁੰਚ ਰਹੇ ਨੇ। ਵਿਦਿਆ ਗੌਤਮ ਜੀ, ਟਾਈਗਰ ਫੋਰਸ ਦੀ ਸਾਰੀ ਟੀਮ, ਮੈਂ ਸਾਰੇ ਭਰਾਵਾਂ ਦੇ ਨਾਂ ਤਾਂ ਨਹੀਂ ਜਾਣਦਾ, ਸਾਰੀ ਟਾਈਗਰ ਫੋਰਸ ਪਹੁੰਚ ਰਹੀ ਹੈ। ਜਿਹੜੇ ਵੀ ਮੇਰੇ ਵੀਰ ਕਾਂਚੀ ਟੀਵੀ ਨੂੰ ਦੇਖਦੇ ਹਨ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕੀਤੀ ਜਾਵੇ ਕਿ 23 ਤਰੀਕ ਕੱਲ੍ਹ ਨੂੰ ਜੋ ਸੁਬਾਹ ਹੈ ਸ਼ਾਮ ਦਾ ਜੋ ਪ੍ਰੋਗਰਾਮ ਹੈ ਬਾਬਾ ਸਾਹਿਬ ਦੀ ਜਯੰਤੀ ਹੈ ਉੱਥੇ ਪਹੁੰਚਣ। ਤੇ ਇਸੇ ਦੇ ਨਾਲ ਹੀ ਮੈਂ ਪੈਰਿਸ ਦੀ ਸੂਚਨਾ ਵੀ ਦਿੰਦਾ ਜਾਵਾਂ। ਰਾਣਾ ਗਮਟਾਲਾ ਜੀ, ਰਾਮ ਲਾਲ ਜੀ, ਬਲਵੀਰ ਮੌਲੀ ਜੀ 24 ਤਰੀਕ ਨੂੰ ਬੁੱਧਵਾਰ ਨੂੰ ਮਹਾਂਪੁਰਸ਼ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾ ਅਤੇ 108 ਸਰਿੰਦਰ ਦਾਸ ਬਾਬਾ ਜੀ ਉੱਥੇ ਪਹੁੰਚ ਰਹੇ ਹਨ। ਉਹਨਾਂ ਦੇ ਪ੍ਰਵਚਨ ਹੋਣਗੇ। ਪੈਰਿਸ ਦੀ ਸੰਗਤ ਨੂੰ ਆਲੇ ਦੁਆਲੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਲਓ ਜੀ। ਤੇ 4 ਮਈ ਨੂੰ ਸ਼ਾਮ ਨੂੰ ਸ਼ਨੀਚਰਵਾਰ ਨੂੰ ਜਾਗੋ ਹੋਵੇਗੀ ਕਰੋਪੀ ਵਿਖੇ, ਸ਼੍ਰੀ ਗੁਰਦਾਸ ਦਰਬਾਰ ਕਰੋਪੀ, ਜਿੱਥੇ ਦੇ ਪ੍ਰਧਾਨ ਅਵਤਾਰ ਚੰਦ ਸੋਢੀ ਜੀ ਸੂਚਨਾ ਦਿੰਦੇ ਹਨ। 5 ਮਈ ਨੂੰ ਤੇ ਗੁਰੂ ਘਰ ਵਿੱਚ ਕਰੋਪੀ ਵਿਖੇ ਸੰਤਾਂ ਦੇ ਪ੍ਰਵਚਨ ਹੋਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਅਤੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਲਓ ਜੀ। ਤੇ ਸਾਡੇ ਨਾਲ ਵੱਡੇ ਭਾਈ ਸਾਡੇ ਆਏ ਹੋਏ ਹਨ। ਤੇ ਲੇਕਿਨ ਅਵਿਨਾਸ਼ ਕੰਬਲੇ ਜੀ ਅਸੀਂ ਕੋਈ ਜ਼ਿਆਦਾ ਨਹੀਂ ਤੁਹਾਡਾ ਸਵਾਲ ਜਵਾਬ ਕਰਾਂਗੇ। ਤੇ ਤੁਸੀਂ ਉੱਦਾਂ ਹੀ ਕਾਂਚੀ ਟੀਵੀ ਦੇ ਬਾਰੇ ਜਾਂ ਬਿਜ਼ਨਸ ਟੀਵੀ ਤੇ ਜੋ ਪ੍ਰੋਗਰਾਮ ਚੱਲ ਰਹੇ ਹਨ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦੇ ਆ? सबको पहले मैं सबको जय भीम और जय गुरुदेव, जय भीम जी। हमें तो बहुत खुशी हो गई कि हमारे गौतम जी है। मैं पिछले 15 साल से इस कार्यक्रम में तो बाबा साहब अम्बेडकर जयंती और गुरुद्वारा में जो कार्यक्रम होता है उसके लिए, और हमारे सामने एक मिसाल है गौतम जी का, जो उन्होंने यहाँ आके लंदन में आके, इंडिया से लंदन में आके इतने बड़े काम कर रहे हैं बाबा साहब अम्बेडकर जी का। और जहाँ तक आप विनस टीवी और जो कांची टीवी के माध्यम से ये सारी दुनिया देख रही है बाबा साहब के बारे में, बाबा साहब ने जो किया है अपने जीवन में और आने वाली पीढ़ी को जो बाबा साहब ने जो भी रास्ते बताए हैं वो रास्ते पे चलने वाले गौतम जी जैसे बहुत सारे लोग हैं। उनकी वजह से ये यूके में, यूएस में, कनाडा में सब जगह बाबा साहब अम्बेडकर जी की तरफ से सारे दुनिया को एक मैसेज दे रही कि अगर हमें चलना है तो बाबा साहब का जो भी मिशन है उसको आगे लेके चलना है, सभी लोगों को साथ में चलना है। मैं बहुत खुशी के साथ कहना चाहता हूँ कि विनस टीवी और जो कांची टीवी के माध्यम से ये सारी दुनिया देख रही है बाबा साहब जी के बारे में, जहाँ भी कासिम का जो यह चल रहा है इंग्लैंड में, तो उसके बारे में आपने जो आवाज़ उठाई है सारी दुनिया उसके आपके साथ में है। हम आपके साथ में, सारी दुनिया आपके साथ में रहेगी, इसके बारे में आवाज़ उठाएगी। इतना मैं कहना चाहता हूँ सारे दर्शकों को। ਇਹ ਸਨ ਅਵਿਨਾਸ਼ ਕਮਲੇ ਜੀ, ਨੈਸ਼ਨਲ ਪ੍ਰੈਜ਼ੀਡੈਂਟ ਯੂਨਾਈਟਿਡ ਬੁੱਧਿਸਟ ਫੈਡਰੇਸ਼ਨ ਦੇ। ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਇੱਦਾਂ ਹੀ ਬਿੱਟੂ ਪ੍ਰਿੰਸ ਆਫ ਵੇਲਜ਼ ਦੇ ਜਿਹੜੇ ਮਾਲਕ ਹਨ ਰਜਿੰਦਰ ਮੋਖਾ ਜੀ ਸਾਨੂੰ ਵਧਾਈਆਂ ਭੇਜ ਰਹੇ ਹਨ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਇਸ ਦੇ ਨਾਲ ਹੀ ਸਾਡੇ ਕੋਲ ਸਟੂਡੀਓ ਦੇ ਵਿੱਚ ਰਾਜ ਬੰਗੜ ਜੀ ਵੀ ਪਹੁੰਚ ਚੁੱਕੇ ਹਨ। ਰਾਜ ਬੰਗੜ ਜੀ ਵੀ ਬ੍ਰੇਕ ਤੋਂ ਬਾਅਦ ਬੈਠਣਗੇ ਤੇ ਨਾਲ ਦੀ ਨਾਲ ਅਸੀਂ ਬ੍ਰੇਕ ਤੋਂ ਬਾਅਦ ਕਾਲਾਂ ਵੀ ਲਵਾਂਗੇ ਤੇ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਵੀ ਸੁਣਾਂਗੇ। ਤੇ ਅਸੀਂ ਹੁਣ ਬ੍ਰੇਕ ਤੇ ਜਾਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ। जय गुरुदेव, जय भीम।
ਅਸੀਂ ਦਾਨ ਲੱਖਾਂ ਦੇ ਸਕਦੇ ਨਹੀਂ, ਪਰ ਦੱਸ ਪਾਉਂਦੇ ਤਾਂ ਥੱਕਦੇ ਨਹੀਂ। ਅਸੀਂ ਦਾਨ ਲੱਖਾਂ ਦੇ ਸਕਦੇ ਨਹੀਂ, ਪਰ ਦੱਸ ਪਾਉਂਦੇ ਤਾਂ ਥੱਕਦੇ ਨਹੀਂ। ਉਨੀ ਵਧੇ ਕਮਾਈ ਜੋ ਕੁਝ ਦਾਨ ਚ ਪਾਵਾਂਗੇ, ਜੋ ਕੁਝ ਦਾਨ ਚ ਪਾਵਾਂਗੇ। ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ। ਅਸੀਂ ਕਾਂਚੀ ਵਾਲੇ ਮੰਦਿਰ ਨੂੰ ਸੋਨੇ ਵਿੱਚ ਮੜਾਵਾਂਗੇ। ਬੂੰਦ ਬੂੰਦ ਨਾਲ ਕਹਿਣ ਸਿਆਣੇ ਸਾਗਰ ਭਰ ਜਾਂਦੇ। ਦਾਨ ਦੇਣ ਤੋਂ ਡਰਦੇ ਜੋ ਡਨ ਲੱਖਾਂ ਪਰ ਜਾਂਦੇ। ਬੂੰਦ ਬੂੰਦ ਨਾਲ ਕਹਿਣ ਸਿਆਣੇ ਸਾਗਰ ਭਰ ਜਾਂਦੇ। ਦਾਨ ਬ੍ਰੇਕ ਤੋਂ ਦੇਣ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ। ਸਾਡੇ ਨਾਲ ਨਵੇਂ ਮਹਿਮਾਨ ਰਾਜ ਬੰਗੜ ਜੀ ਆਏ ਹਨ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਜੈ ਗੁਰਦੇਵ ਜੀ। ਰਾਜ ਬੰਗੜ ਜੀ, ਤੁਸੀਂ ਬਹੁਤ ਦੂਰ ਤੋਂ ਆਏ ਆ ਤੇ ਜੋ ਤੁਹਾਡਾ ਮਸਲਾ ਆ ਜਾਂ ਮੁੱਦਾ ਆ ਜਾਂ ਜੋ ਵੀ ਵਿਚਾਰ ਹਨ ਤੁਹਾਡੇ ਡਿਸਕ੍ਰਿਮੀਨੇਸ਼ਨ ਬਿੱਲ ਦੇ ਬਾਰੇ, ਤੁਸੀਂ ਉਹ ਆਪਣੇ ਵਿਚਾਰ ਖੁੱਲ੍ਹ ਕੇ ਦਿਓ। ਉਸ ਤੋਂ ਬਾਅਦ ਤੁਹਾਡੇ ਕੋਲ 4-5 ਮਿੰਟ ਹਨ, ਉਸ ਤੋਂ ਬਾਅਦ ਆਪਾਂ ਕੋਲਾਂ ਲਵਾਂਗੇ ਜੀ। ਠੀਕ ਹੈ, ਠੀਕ ਹੈ। ਜੋ ਇਸ ਵੀਕ ਟਿਊਜ਼ਡੇ ਨੂੰ ਵੋਟ ਹੋਇਆ ਕਾਮਨਸ में, ਰਾਈਟ, ਜੋ ਕਾਮਨਸ में ਹੋਇਆ, ਉੱਥੇ ਆਪਾਂ ਡੈਮੋਨਸਟ੍ਰੇਸ਼ਨ ਕੀਤਾ, ਰਾਈਟ। ਉੱਥੇ ਕੁਝ 2-3 ਹਜ਼ਾਰ ਲੋਕ ਪਹੁੰਚੇ ਜੋ ਸਾਡੇ ਭਰਾ ਆ, बुद्धिस्ट सोसाइटी, बाल्मीक सोसाइटीज़, रविदासिया सोसाइटीज़, सारे पहुँचे, राइट। एंड वेरी गुड डेमोनस्ट्रेशन किया, वेरी पीसफुल सीगा, वेरी फ्रेंडली सीगा, राइट। पर जो बिल आ है ना, ਉਹਦੇ ਵਿੱਚ ਜਿਹੜੀ ਵੋਟਿੰਗ ਹੋਈ ਆ ਉਹ ਆਪਣੇ ਅਗੇਂਸਟ ਹੋਈ ਆ, ਰਾਈਟ, ਕਿ ਆਪਾਂ ਕਰ ਨਹੀਂ ਸਕੇ ਜੋ ਆਪਾਂ ਕਰਨਾ ਚਾਹੁੰਦੇ ਸੀਗੇ। ਪਰ ਇਹ ਖਤਮ ਨਹੀਂ ਹੁੰਦੀ ਆਪਣੀ, ਇਹ ਆਪਣੀ ਜੋ ਪੁਸ਼ ਆ ਇਸ ਕਾਨੂੰਨ ਲਈ ਹੈ ਨਾ, ਇੱਥੇ ਖਤਮ ਨਹੀਂ ਹੁੰਦੀ, ਹੁਣ ਜਾਊਗੀ ਲੋਰਡਸ, ਰਾਈਟ। ਕਰਕੇ ਜਿਹੜੀ ਬਿੱਲ ਆ ਇਹ ਦੋਨੇ ਲੋਰਡਸ ਐਂਡ ਕਾਮਨਸ ਅਗਰੀ ਕਰਨੇ ਪੈਣੇ ਆ, ਦੋਨਾਂ ਨੂੰ ਕਰਨਾ ਪੈਣਾ ਆ ਕਿ ਰਾਜੀ ਪਹਿਲਾਂ ਆਪਾਂ ਹਾਊਸ ਆਫ ਲੋਰਡ 'ਚ ਜਿੱਤ ਚੁੱਕੇ ਆ ਨਾ, ਜਿੱਤ ਚੁੱਕੇ ਆ, ਹਾਂਜੀ। ਉਹ ਵੈਰੀ ਗੁੱਡ ਮੈਜੋਰਿਟੀ ਤੇ ਜਿੱਤੇ ਪਹਿਲਾਂ ਆਪਾਂ, ਐਂਡ ਉਹੀ ਐਸ ਮੰਡੇ ਵੋਟ ਦੁਬਾਰਾ ਹੋਊਗੀ, ਠੀਕ, ਰਾਈਟ। ਮੋਸਟ ਪ੍ਰੋਬੇਬਲੀ ਵੋਟ ਹੋਊਗੀ, ਹਾਲੇ ਪਤਾ ਨਹੀਂਗਾ ਉਹਦਾ ਕੀ ਜੋ ਉਹਨਾਂ ਕੈਲੰਡਰ ਤੇ ਸੈੱਟ ਕਰਨਾ, ਹਾਲੇ ਆਪਾਂ ਨੂੰ ਪਤਾ ਨਹੀਂਗਾ, ਰਾਈਟ। ਉਹ ਮੰਡੇ ਨੂੰ ਆਪਾਂ ਨੂੰ ਪਤਾ ਲੱਗਣਾ ਜ਼ਿਆਦਾ, ਰਾਈਟ। ਉਸ ਤੋਂ ਬਾਅਦ ਫਿਰ ਹੀਅਰਿੰਗਸ ਹੋ ਗਈਆਂ, ਜੋ ਲੋਰਡਸ ਨੇ ਆਪਣਾ ਕਾਰੋਬਾਰ ਕਰਨਾ ਉਹ ਕਰਕੇ ਫਿਰ ਉਹ ਕਾਮਨਸ ਦੇ ਵਿੱਚ ਦੁਬਾਰਾ ਆਊਗੀ ਵੋਟ, ਫਿਰ ਦੁਬਾਰਾ ਹੋਊਗੀ। ਮੈਂ ਬਸ ਬੇਨਤੀ ਸਾਰਿਆਂ ਨੂੰ ਕਰਦਾ ਆ ਕਿ ਜੋ ਆਪਣੇ ਜੋ ਲੋਰਡਸ ਦੇ ਵਿੱਚ ਮੈਂਬਰਸ ਆ, ਜੇ ਤੁਸੀਂ ਕਿਸੇ ਨੂੰ ਜਾਣਦੇ ਜਾਂ ਤੁਹਾਡੇ ਏਰੀਆ 'ਚ ਆ, ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਤਾਂ ਉਹਨਾਂ ਨੂੰ ਕਹੋ ਕਿ ਇਸ ਕਾਨੂੰਨ ਦੀ ਸਾਨੂੰ ਸਖਤ ਜ਼ਰੂਰਤ ਹੈ, ਰਾਈਟ। ਜਦੋਂ ਇਹ ਕਾਮਨਸ ਦੇ ਵਿੱਚ ਆਊਗਾ ਉਦੋਂ ਵੀ ਆਪਾਂ ਇਹ ਕਰੋਗੇ, ਐਂਡ ਕਾਫੀ ਇਸ ਵਾਰੀ ਨਾਲੋਂ ਮੇਰੇ ਖਿਆਲ ਕਾਫੀ ਆਪਣੀ ਜ਼ਿਆਦਾ ਰੈਪਰੈਜ਼ੈਂਟੇਸ਼ਨ ਹੋਊਗੀ। ਮੇਰੇ ਖਿਆਲ ਨਾਲ ਜਿਹੜਾ ਆਪਣਾ ਲੂਜ਼ ਕਰਨ ਦਾ ਰੀਜ਼ਨ ਇਹੀ ਹੋਇਆ ਕਿ ਜੋ ਸਾਡਾ ਮੈਸੇਜ ਆ ਉਹ ਅਸੀਂ ਦੇ ਨਹੀਂ ਸਕੇ ਚੰਗੀ ਤਰ੍ਹਾਂ, ਰਾਈਟ। ਕਿ ਐਮਪੀਜ਼ ਤੱਕ ਆਪਣੀ ਗੱਲ ਹਾਲੇ ਪੂਰੀ ਪਹੁੰਚ ਨਹੀਂ ਸਕੇ। ਬਹੁਤ ਐਮਪੀ ਸੀ ਜੋ ਅੰਡਰਸਟੈਂਡ ਹੀ ਨਹੀਂ ਕਰਦੇ ਕਿ ਇਹਦੇ ਵਿੱਚ ਇਸ਼ੂ ਕੀ ਆ, ਕਿਉਂ ਇਹਦੀ ਲੋੜ ਪਈ ਆ। ਦੂਸਰੇ ਸਾਈਡ 'ਤੇ ਇਹ ਵੀ ਆ ਕਿ ਜੋ ਗਵਰਨਮੈਂਟ ਸੀ ਨਾ, ਉਹਨਾਂ ਨੇ ਉਹਨਾਂ ਦਾ ਤਰੀਕਾ ਹੁੰਦਾ ਆ, ਉਹਨਾਂ ਕੋਲ ਇੱਕ ਮੈਥਡ ਹੁੰਦਾ ਆ ਕਿ ਕਹਿਣ ਨੂੰ ਕਿ ਜੋ ਐਮਪੀਜ਼ ਆ ਕਿਸ ਸਾਈਡ 'ਤੇ ਵੋਟ ਕਰੋਗੇ, ਰਾਈਟ। ਇੱਕ ਹੁੰਦਾ ਹੈ ਵਨ ਲਾਈਨ whip, ਉਹਦੇ ਨਾਲ ਹੁੰਦਾ ਕਿ ਜਿਹੜੇ ਐਮਪੀਜ਼ ਨੂੰ ਹੁੰਦਾ ਹੈ ਕਿ ਤੁਹਾਨੂੰ ਉੱਥੇ ਪਹੁੰਚਣਾ ਪੈਣਾ ਆ, ਐਂਡ ਪਰ ਤੁਸੀਂ ਵੋਟ ਜਿੱਥੇ ਮਰਜ਼ੀ ਕਰ ਸਕਦੇ ਆ, ਜੇ ਮਰਜ਼ੀ। ਜਾਂ 2 ਲਾਈਨ whip ਹੁੰਦਾ ਆ, ਉਹ ਹੁੰਦਾ ਕਿ ਤੁਸੀਂ ਉੱਥੇ ਹਾਜ਼ਰੀ ਦੇਣੀ ਆ, ਪਰ ਤੁਹਾਡੀ ਮਰਜ਼ੀ ਆ ਕਿ ਸਾਡਾ ਗਵਰਨਮੈਂਟ ਦਾ ਸੁਜੈਸਸ਼ਨ ਆ ਕਿ ਤੁਸੀਂ ਇਸ ਸਾਈਡ ਨੂੰ ਵੋਟ ਕਰੋ। ਜਿਹੜਾ 3 ਲਾਈਨ whip ਆ ਹੈ ਨਾ, ਉਹਦੇ ਵਿੱਚ ਹੁੰਦਾ ਕਿ ਤੁਹਾਨੂੰ ਪਹੁੰਚਣਾ, ਐਮਪੀ ਨੂੰ ਉੱਥੇ ਪਹੁੰਚਣਾ ਪੈਂਦਾ ਆ, ਨਾਲੇ ਉਹਨੂੰ ਗਵਰਨਮੈਂਟ ਦੇ ਨਾਲ ਵੋਟ ਕਰਨਾ ਪੈਂਦਾ ਆ। ਉਹਦਾ ਜੋ ਉਹਦੇ ਕੰਸਟੀਚੁਐਂਟਸ ਉਹਨੂੰ ਕਹਿੰਦੇ ਆ, ਉਹਨੂੰ ਇੱਕ ਸਾਈਡ 'ਤੇ ਰੱਖੇ, ਰਾਈਟ। ਐਂਡ ਇਹਦੇ ਵਿੱਚ ਇਸ ਜੋ ਵੋਟ ਹੋਇਆ ਟਿਊਜ਼ਡੇ, ਇਹਦੇ ਵਿੱਚ ਗਵਰਨਮੈਂਟ ਨੇ 3 ਲਾਈਨ whip ਇਸ਼ੂ ਕੀਤਾ ਸੀਗਾ। ਕੁਐਸਚਨ ਇਹ ਆਉਂਦਾ ਆ ਕਿ ਇਸ ਕੁਐਸਚਨ 'ਤੇ ਕਰਕੇ 3 ਲਾਈਨ whip ਉਸ ਟਾਈਮ 'ਤੇ ਇਹ ਇਸ਼ੂ ਕਰਦੇ ਆ ਜਦੋਂ ਬਹੁਤ
ਚਾਂਸਿਸ ਹੁੰਦੇ ਗਵਰਨਮੈਂਟ ਦੇ ਲੂਜ਼ ਕਰਨ ਦੇ, ਜਾਂ ਉਹਨਾਂ ਨੂੰ ਇਹ ਕੋਈ ਚੀਜ਼ ਕੰਫੀਡੈਂਸ ਵੋਟ ਹੋਵੇ ਜਾਂ ਕੁਛ ਇਸ ਤਰ੍ਹਾਂ ਦੀ ਗੱਲ ਹੋਵੇ। ਇਸ ਗੱਲ ਤੇ ਗਵਰਨਮੈਂਟ ਨੂੰ ਕਿਉਂ ਲੋੜ ਪਈ 3 ਲਾਈਨ ਵਿਪ ਇਸ਼ੂ ਕਰਨ ਦੀ, ਰਾਈਟ? ਕੁਐਸਚਨ ਇਹ ਰਾਈਜ਼ ਕਰਦਾ, ਇਹ ਪ੍ਰੈਸ਼ਰ ਕਿੱਥੋਂ ਆ ਰਿਹਾ ਆ, ਰਾਈਟ, ਕਿ ਗਵਰਨਮੈਂਟ ਨੂੰ 3 ਲਾਈਨ ਵਿਪ ਇਸ਼ੂ ਕਰਨ ਦੀ ਲੋੜ ਪਈ। ਆਪਾਂ ਨੂੰ ਇਹ ਵੀ ਥੋੜ੍ਹਾ ਦੇਖਣਾ ਚਾਹੀਦਾ ਆ ਕਿ ਇਹ ਪ੍ਰੈਸ਼ਰ ਕਿੱਥੋਂ ਆ ਰਿਹਾ। ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਜਿਨ੍ਹਾਂ ਨੇ ਕਿਹਾ ਆ ਕਿ ਇਹ ਕਾਨੂੰਨ ਨਹੀਂ ਬਣਨਾ ਚਾਹੀਦਾ, ਉਹ ਡਿਨਾਈਲ 'ਚ ਆ। ਉਹ ਕਹਿੰਦੇ ਇਹ ਤਾਂ ਹੈ ਹੀ ਨਹੀਂ ਸਾਡੇ 'ਚ, ਰਾਈਟ? ਤੁਸੀਂ ਇੱਕ ਕਮਿਊਨਿਟੀ ਨੂੰ ਪੁੱਛਦੇ ਹੋ ਤਾਂ ਕਹਿੰਦੇ ਇਹ ਤਾਂ ਅਸੀਂ ਭੁੱਲ ਚੁੱਕੇ ਆ। ਸਾਨੂੰ ਪੁੱਛੋ ਜਿਹੜੇ ਐਵਰੀਡੇ ਇਹਦੇ ਵਿੱਚ ਦੀ ਲੰਘਦੇ ਆ, ਜੋ ਸਾਡੇ ਨਿਆਣੇ ਆ ਸਕੂਲਾਂ ਦੇ ਵਿੱਚ, ਸਾਨੂੰ ਕਿਹਾ ਜਾਂਦਾ ਆ ਕਿ ਤੁਸੀਂ ਅਛੂਤ ਆ, ਰਾਈਟ? ਕਿਉਂ ਕਿਹਾ ਜਾਂਦਾ ਆ, ਰਾਈਟ? ਇਹ ਕੁਐਸਚਨ ਇਹ ਪੁੱਛਦਾ ਸਾਨੂੰ ਤਾਂ ਜਦੋਂ ਪਹਿਲੀ ਵੋਟ ਹੋਈ ਆ, ਰਾਈਟ? ਇਸ ਤੋਂ ਪਹਿਲਾਂ ਜੋ ਕੰਸਲਟੇਸ਼ਨ ਚੱਲੀ ਸੀ ਉਸ ਟਾਈਮ ਤੇ ਵੀ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਕਿ ਤੁਸੀਂ ਦੱਸੋ ਇਹਦੀ ਜ਼ਰੂਰਤ ਹੈ ਜਾਂ ਨਹੀਂ ਜ਼ਰੂਰਤ। ਉਹਨਾਂ ਨੇ ਕਿਹਾ ਨਹੀਂ ਜ਼ਰੂਰਤ। ਉਸ ਤੋਂ ਬਾਅਦ ਫਿਰ ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਹੈ, ਕਮਿਊਨਿਟੀ ਦੇ ਆਰਗੇਨਾਈਜੇਸ਼ਨਸ ਹੈ, ਉਹਨਾਂ ਨੇ ਇਕੱਠੇ ਹੋ ਕੇ ਗਵਰਨਮੈਂਟ ਨੂੰ ਕਿਹਾ ਕਿ ਨਹੀਂ ਸਾਨੂੰ ਇਸ ਦੀ ਜ਼ਰੂਰਤ, ਤਾਂ ਇਹ ਹੁਣ ਵੋਟ ਲਈ ਆਇਆ। ਤੇ ਜਿਹੜਾ ਹੁਣ ਦੁਬਾਰਾ ਬਿੱਲ ਜਿਹੜਾ ਮੰਡੇ ਹਾਊਸ ਆਫ ਲੋਰਡਸ ਜਾ ਰਿਹਾ, ਹਾਊਸ ਆਫ ਲੋਰਡਸ ਜਾ ਰਿਹਾ ਦੁਬਾਰਾ, ਰਾਈਟ? ਤਾਂ ਇਹ ਹੁਣ ਇਹਨੂੰ ਕਹਿੰਦੇ ਆ ਪਿੰਗ ਪੋਂਗ, ਪਾਰਲੀਮੈਂਟਰੀ ਪਿੰਗ ਪੋਂਗ, ਰਾਈਟ? ਇਹ ਪਹਿਲੋਂ ਜਾਊਗਾ ਲੋਰਡਸ, ਫਿਰ ਆਊਗਾ ਕਾਮਨਸ, ਸ਼ਾਇਦ ਫਿਰ ਆਪਾਂ ਲੂਜ਼ ਕਰ ਜਾਈਏ ਵੋਟ, ਪਰ ਫਿਰ ਲੋਰਡਸ ਜਾਊਗਾ, ਫਿਰ ਵਾਪਸ ਆਊਗਾ। ਮੇਰਾ ਖਿਆਲ ਹੁਣ ਆਪਾਂ ਨੂੰ ਸ਼ਾਇਦ ਨਹੀਂ ਕਹਿਣਾ ਚਾਹੀਦਾ, ਹੁਣ ਵਿਨ ਹੋਣਾ ਚਾਹੀਦਾ। ਨਹੀਂ, ਹਾਊਸ ਆਫ ਲੋਰਡਸ ਇਹ ਹੁਣ ਇੱਥੇ ਤੱਕ ਗੱਲ ਪਹੁੰਚ ਗਈ ਆ। ਇਹ ਨਹੀਂਗਾ ਕਿ ਬਣੂਗਾ ਜਾਂ ਨਹੀਂ ਬਣੂਗਾ, ਹੁਣ ਬਸ ਇੰਨਾ ਆ ਕਿਦੋਂ ਨੂੰ ਬਣੂਗਾ। ਹੁਣ ਟਾਈਮ ਦੀ ਗੱਲ ਆ, ਬਣਨਾ ਹੈ, ਆਉਣਾ ਹੈ, ਪਰ ਸਿਰਫ ਟਾਈਮ ਦੀ ਗੱਲ। ਹਾਂ, ਇਹ ਸਨ ਰਾਜ ਜੀ। ਹੁਣ ਸਾਡੇ ਕੋਲ ਕਾਲਾਂ ਆ ਗਈਆਂ, ਰਾਜ ਜੀ ਅਸੀਂ ਕਾਲ ਲਈਏ। ਹੈਲੋ ਜੈਗਦੇਵ ਜੀ। ਹੈਲੋ ਜੈਗਦੇਵ ਜੀ, ਧਨਗਦੇਵ ਸਾਹਿਬ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਹੈਲੋ ਜੀ, ਭਾਜੀ ਆਪਣਾ ਟੈਲੀ ਦੀ ਆਵਾਜ਼ ਘੱਟ ਕਰੋ ਪਲੀਜ਼, ਟੈਲੀ ਦੀ ਆਵਾਜ਼ ਘੱਟ ਕਰ ਲਓ। ਹਾਂਜੀ ਵੀਰ ਜੀ ਬੋਲੋ ਜੀ। ਹੈਲੋ ਭਾਜੀ ਬੋਲੋ। ਹੈਲੋ ਹਾਂਜੀ, ਹੈਲੋ ਜੈਗਦੇਵ ਜੀ। Jai Gurudev ji, the topic today on your radio today, 805. That's no radio, that's television, business TV. Hello, ਹਾਂਜੀ। ਜੈ ਗੁਰਦੇਵ ਜੀ। ਧੰਨਗਦੇਵ ਸਾਹਿਬ ਜੀ, ਹਾਂਜੀ ਕੀ ਕਹਿਣਾ ਜੀ? ਹਾਂਜੀ, ਅੱਜ ਇਹ ਟੌਪਿਕ ਜੀ ਅੱਜ ਤੁਸੀਂ ਲਿਖਾਇਆ ਜਿੱਦਾਂ ਤੁਸੀਂ ਕਹਿੰਦੇ ਹੈਲਥ ਜੇ ਰਿਫਿਊਜ਼ ਹੋ ਗਿਆ ਮੰਗਲਵਾਰ ਵਾਲੇ ਦਿਨ, ਇਹ ਥੋੜਾ ਜਿਹਾ ਸਮਝਿਆ ਨਹੀਂ, ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਮੈਨੂੰ। ਇਹ ਤੁਹਾਨੂੰ ਐਕਸਪਲੇਨ ਕਰ ਦਿੰਦੇ। ਹਾਂਜੀ ਤੁਹਾਨੂੰ ਐਕਸਪਲੇਨ। ਹਾਂਜੀ ਰਾਜੀ, ਉਹ ਭਾਜੀ ਪੁੱਛਦੇ ਵੀ ਜੋ ਕੀ ਹੋਇਆ, ਜੋ ਰਿਫਿਊਜ਼ ਹੋਇਆ। ਰਾਈਟ, ਰਿਫਿਊਜ਼ ਹੋਇਆ ਇਹ ਆ ਕਿ ਸਾਡੇ ਕੋਲੋਂ ਆਪਣੇ ਕੋਲੋਂ ਐਮਪੀਜ਼ ਨੂੰ ਪਰਸੁਏਡ ਨਹੀਂ ਹੋ ਸਕੇ, ਆਪਾਂ ਕਰ ਸਕੇ। ਐਂਡ ਆਪਾਂ ਨੂੰ ਸਾਰਿਆਂ ਨੂੰ ਆਪਣੇ ਐਮਪੀਜ਼ ਨੂੰ ਜਾ ਕੇ ਮਿਲੋ, ਜਾ ਕੇ ਉਹਨਾਂ ਨੂੰ ਚਿੱਠੀ ਵੀ ਆ। ਜੇ ਤੁਸੀਂ ਦੇਖਣਾ ਚਾਹੁੰਦੇ ਆ ਕਿ ਕਿਹੜੇ ਐਮਪੀ ਨੇ ਕਿਸ ਸਾਈਡ ਨੂੰ ਵੋਟ ਕੀਤਾ ਆ, ਤੁਸੀਂ ਕਾਂਸੀ ਟੀਵੀ ਦੀ ਵੈਬਸਾਈਟ ਤੇ ਜਾਓ, kansitv.co.uk। ਉਹਦੇ ਵਿੱਚ ਜਾ ਕੇ ਉੱਥੇ ਲਿਸਟ ਦੋਨੇ ਹੀ ਪਾਈਆਂ ਕਿ ਕਿਹਨਾਂ ਨੂੰ ਵੋਟ ਕੀਤਾ ਸਾਡੇ ਹੱਕ 'ਚ, ਜਿਨ੍ਹਾਂ ਨਹੀਂ। ਉਹਦੇ ਉੱਥੇ ਇੱਕ ਚਿੱਠੀ ਵੀ ਪਾਈ ਆ ਕਿ ਤੁਸੀਂ ਆਹ ਭਰ ਕੇ ਆਪਣੇ ਨਾਂ ਉੱਥੇ ਨਾਂ ਲਿਖ ਕੇ ਤੁਸੀਂ ਆਪਣੇ ਐਮਪੀਜ਼ ਨੂੰ ਇਹ ਪਾਓ। ਉਹਨਾਂ ਨੂੰ ਵੀ ਪਾਓ ਕਿ ਜਿਨ੍ਹਾਂ ਨੇ ਸਾਡੇ ਹੱਕ 'ਚ ਵੋਟ ਕੀਤਾ ਆ, ਐਂਡ ਉਹਨਾਂ ਨੂੰ ਵੀ ਪਾਓ ਕਿ ਜਿਨ੍ਹਾਂ ਨੇ ਸਾਡੇ ਅਗੇਂਸਟ ਕੀਤਾ ਆ, ਰਾਈਟ? ਕਰਕੇ ਆਪਾਂ ਨੂੰ ਸਾਰਿਆਂ ਦੀ ਜ਼ਰੂਰਤ ਆ। ਠੀਕ ਹੈ। ਹਾਂਜੀ ਹਾਂਜੀ, ਹੈਲੋ ਜੈਗਦੇਵ ਜੀ। ਜੈ ਗੁਰਦੇਵ। ਧੰਨਗਦੇਵ ਭੈਣ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਸਪੇਨ ਜਰੋਨਾ, ਸਤਵਿੰਦਰ ਕੁਮਾਰ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਾਂਸੀ ਟੀਵੀ ਦੇਖਦੇ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ। ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਜੀ। ਥੈਂਕ ਯੂ। ਓਕੇ, ਹੈਲੋ ਜੈਗਦੇਵ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਕਰਨਜੀਤ ਜੌਲ ਬੋਲਦਾ। ਹਾਂਜੀ ਜੌਲ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਮੈਂ ਮੇਰੇ ਵੀਰ ਨੇ ਜਿਹੜੀ ਇਹ ਪੁਆਇੰਟ ਰੇਸ ਕੀਤੀ, ਬਹੁਤ ਵਧੀਆ ਗੱਲ ਹੈ। ਡਿਸਕ੍ਰਿਮੀਨੇਸ਼ਨ ਬਾਰੇ ਜ਼ਰੂਰ ਹੋਣਾ ਚਾਹੀਦਾ। ਠੀਕ ਜੀ। ਇਹਦੇ ਵਿੱਚ ਇਦਾਂ ਹੈ, ਦੇਖੋ ਜੀ, ਸਾਰੀ ਕਮਿਊਨਿਟੀਆਂ ਨੂੰ ਰਲ ਕੇ ਮੋਹਰੇ ਹੋਣਾ ਚਾਹੀਦਾ। ਕੋਈ ਬੰਦਾ ਹਾਂਜੀ ਕਿਸੇ ਦੇ ਨਾਲ ਫਰਕ ਨਹੀਂ ਕਰਨਾ ਚਾਹੀਦਾ। ਠੀਕ। ਸਭ ਆਪਾਂ ਇੱਕ ਹੋਣਾ ਚਾਹੀਦਾ, ਇੱਕ ਰਲ ਕੇ ਚੱਲਣਾ ਚਾਹੀਦਾ। ਹਾਂਜੀ ਠੀਕ। ਦੂਸਰੀ ਗੱਲ ਇਹ ਹੈ ਜੀ, ਮੈਂ ਸਾਰੇ ਭਰਾਵਾਂ ਤੋਂ ਸਾਰੇ ਤੋਂ ਮਾਫੀ ਚਾਹੁੰਦਾ। ਗੁਰੂ ਮਹਾਰਾਜ ਗੁਰੂ ਰਵਿਦਾਸ ਸਭ ਤੋਂ ਵੱਡਾ ਭਗਤ ਹੋਇਆ। ਨਹੀਂ, ਜੋ ਗੁਰੂ ਹੋਏ ਆ, ਭਗਤ ਨਹੀਂ ਹੋਏ, ਗੁਰੂ ਹੋਏ ਆ। ਹਾਂਜੀ ਚਲੋ, ਅੱਛਾ। ਹਾਂਜੀ ਹੈਲੋ ਜੈਗਦੇਵ ਜੀ। ਹੈਲੋ ਜੈਗਦੇਵ ਜੀ।
ਜੈ ਗੁਰਦੇਵ ਜੀ, ਮੈਂ ਸੁਰਿੰਦਰ ਚੱਲੀ ਬੋਲ ਰਿਹਾ ਜੀ ਸੈਜਲੀ ਤੋਂ। ਹਾਂਜੀ ਚੱਲੀ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਛਾ, ਪਹਿਲਾਂ ਤਾਂ ਜਿਹੜੀ ਆਪਣੇ ਚੱਕਰਵਰਤੀ ਸਾਹਿਬ ਨੇ ਫਿਗਰ ਦਿੱਤੀ ਆ ਉਹਦੀ ਕੈਲਕੂਲੇਸ਼ਨ ਪੂਰੀ ਨਹੀਂ ਹੁੰਦੀ। ਅੱਛਾ ਜੀ। ਸਤਪਾਲ ਮਮਨ ਜੀ ਨੇ ਜੋ ਫਿਗਰ ਦਿੱਤੀ ਸੀ, ਹਾਂਜੀ 307 ਵੋਟਾਂ ਇਹਦੇ ਅਗੇਂਸਟ ਪਈਆਂ ਸੀ, 307 ਹਾਂਜੀ 243 ਵੋਟਾਂ ਇਹਦੇ ਹੱਕ 'ਚ ਪਈਆਂ ਸੀ, 243 ਓਕੇ ਜੀ ਠੀਕ ਹੈ। ਤੇ ਇਹ 64 ਵੋਟ 64 ਬਣ ਗਿਆ, ਠੀਕ ਹੈ ਜੀ। ਤਾਂ ਜੋ ਕੁਛ ਰਾਜ ਬੰਗੜ ਜੀ ਨੇ ਕਿਹਾ ਉਹਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ। ਇਹ ਹਾਂਜੀ ਇਹਦੇ 'ਚ ਇਹ ਆ ਬਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈਗੀ। ਠੀਕ, ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਹੱਕ ਦਿੱਤਾ, ਉਸੇ ਵੋਟ ਨੂੰ ਸਾਨੂੰ ਇੱਥੇ ਯੂਜ਼ ਕਰਨਾ ਚਾਹੀਦਾ। ਠੀਕ ਹੈ। ਜਦੋਂ ਅਸੀਂ ਆਪਣੇ ਐਮਪੀਜ਼ ਨੂੰ ਆਪਣੇ ਪ੍ਰੋਗਰਾਮਾਂ ਤੇ ਸੱਦਦੇ ਆ, ਹਾਂਜੀ ਸਾਨੂੰ ਬਿਨਾਂ ਕਿਸੇ ਝਿਜਕ ਤੋਂ ਉਹਨਾਂ ਨੂੰ ਕਹਿਣਾ ਚਾਹੀਦਾ, ਜਿਨ੍ਹਾਂ ਨੇ ਵੋਟਾਂ ਸਾਡੇ ਅਗੇਂਸਟ ਪਾਈਆਂ ਉਹਨਾਂ ਨੂੰ ਕਹਿਣਾ ਚਾਹੀਦਾ ਕੰਜ਼ਰਵੇਟਿਵ ਦੇ ਐਮਪੀਜ਼ ਨੂੰ ਬਈ ਅਸੀਂ ਕਹਾਂ ਤੁਹਾਨੂੰ ਵੋਟ ਨਹੀਂ ਪਾਉਣੀ। ਠੀਕ, ਕਿਉਂਕਿ ਵੋਟ ਦੇ ਕਰਕੇ ਹੀ ਅਸੀਂ ਹਰੇ ਆ, ਤਾਂ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਇਹ ਜੋ ਕੁਝ ਹੋਇਆ ਸਿਰਫ ਵੋਟਾਂ ਦੀ ਕਰਕੇ ਹੀ ਸਾਰਾ ਕੁਝ ਹੋਇਆ। ਇਹਦੇ ਵਿੱਚ ਇਹ ਸੀਗਾ ਕਿ ਭਾਰਤ ਸਰਕਾਰ ਦੀ ਬਹੁਤ ਬੇਇੱਜ਼ਤੀ ਹੋ ਰਹੀ ਸੀ, ਜੇਕਰ ਇਹ ਇੱਥੇ ਪਾਸ ਹੋ ਜਾਂਦਾ। ਇਹ ਪ੍ਰੈਸ਼ਰ ਪਿਆ ਪਿੱਛੋਂ, ਉਸ ਪ੍ਰੈਸ਼ਰ ਦਾ ਹੀ ਸਾਰਾ ਇਹ ਰਿਜ਼ਲਟ ਹੈ ਜੋ ਕੁਝ ਹੋ ਰਿਹਾ ਹੈਗਾ। ਠੀਕ, ਹੋਰ ਚੱਲੀ ਸਾਹਿਬ ਤੁਸੀਂ ਹੋਰ ਕੁਝ ਕਹਿਣਾ? ਹੈਲੋ ਭਾਜੀ ਚਲੋ ਚਲੋ ਅੱਛਾ ਕੱਟਿਆ ਨਾ ਕਰੋ ਪਲੀਜ਼। ਹੈਲੋ ਜੈਗਦੇਵ ਜੀ। ਜੈ ਗੁਰਦੇਵ ਜੀ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਅਰੁਣ ਕੁਮਾਰ ਬੋਲਦਾ ਬੈਡਫੋਰਡ ਤੋਂ। ਹਾਂਜੀ ਅਰੁਣ ਜੀ, ਕੀ ਕਹਿਣਾ ਚਾਹੁੰਦੇ ਹੋ? ਮਤਲਬ ਕਿ ਜਿਹੜਾ ਤੁਸੀਂ ਟੌਪਿਕ ਸ਼ੁਰੂ ਕੀਤਾ ਬਹੁਤ ਮਤਲਬ ਕਿ ਬਹੁਤ ਚੰਗਾ ਹੈਗਾ। ਮੈਂ ਮਤਲਬ ਕਿ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਜਿਹੜੇ ਆਪਣੇ ਭਾਈ ਸਾਹਿਬ ਨੇ ਪਹਿਲਾਂ ਕਿਹਾ ਸੀਗਾ, ਮੇਰੇ ਖਿਆਲ ਰਾਜ ਉਹਨਾਂ ਨੇ, ਹਾਂਜੀ ਕਿ ਜਿਹੜੇ ਐਮਪੀ ਆ ਉਹਨਾਂ ਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਇਸ ਮਸਲੇ ਬਾਰੇ। ਹਾਂਜੀ, ਇਹ ਜਿਹੜੇ ਐਮਪੀ ਆ ਉਹਨਾਂ ਸਾਰਿਆਂ ਨੂੰ ਪਤਾ ਹੈਗਾ ਇਸ ਮਸਲੇ ਬਾਰੇ, ਕਿਉਂਕਿ ਅਸੀਂ ਸਾਰੇ ਐਮਪੀਆਂ ਨੂੰ ਉਹਦੇ ਕੇ ਸਲਵਾਰ ਕੇ ਬੈਠੇ ਆ ਉਹ। ਹਾਂਜੀ, ਚਿੱਠੀਆਂ ਲਿਖੀਆਂ ਉਹਨਾਂ ਨੂੰ ਸਾਰਿਆਂ ਨੂੰ, ਉਹਨਾਂ ਨੂੰ ਅਸੀਂ ਬਰੀਫ ਭੇਜੀ ਸਾਰਿਆਂ ਨੂੰ। ਲੇਕਿਨ ਗੱਲ ਇਹ ਆ ਕਿ ਜਿਹੜੇ ਲੋਕ ਸਾਨੂੰ ਕਹਿੰਦੇ ਆ ਕਿ ਅਸੀਂ ਤੁਹਾਡੇ ਭਰਾ ਆ, ਅਸੀਂ ਤੁਹਾਡੇ ਨਾਲ ਆ, ਤੁਹਾਡੀ ਸਾਥ ਦਿੰਦੇ ਆ, ਉਹ ਜਿਹੜੇ ਲੋਕ ਆ ਉਹਨਾਂ ਨੇ ਉਹ ਮਤਲਬ ਕਿ ਜਿਹੜੇ ਇਹ ਐਮਪੀ ਆ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਕਿ ਇਹਦੇ ਬਿੱਲ ਦੇ ਖਿਲਾਫ। ਤੇ ਇਹ ਮਤਲਬ ਕਿ ਸਾਨੂੰ ਇਹਨਾਂ ਲੋਕਾਂ ਦੇ ਉੱਪਰ ਬਹੁਤਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੋ ਲੋਕ ਕਹਿੰਦੇ ਆ ਕਿ ਅਸੀਂ ਤੁਹਾਡੇ ਭਰਾ ਆ, ਤੁਹਾਡੇ ਨਾਲ ਆ, ਅਸੀਂ ਆਪਸ ਵਿੱਚ ਇੱਕੋ ਹੀ ਆ। ਅਸੀਂ ਇਹ ਜਿਹੜੇ ਲੋਕ ਆ ਇਹ ਬੈਗ ਤੁਹਾਡੇ ਛੁਰਾ ਮਾਰਦੇ ਆ। ਇਹਨਾਂ ਸਾਨੂੰ ਬਹੁਤ ਇਹਨਾਂ ਤੋਂ ਸਾਵਧਾਨ ਰਹਿਣਾ ਪੈਣਾ ਇਹਨਾਂ ਨੂੰ। ਓਕੇ, ਥੈਂਕ ਯੂ ਜੀ। ਹਾਂਜੀ ਠੀਕ। ਮੈਂ ਥੋੜਾ ਜਿਹਾ ਇਹ ਰਾਜ ਜੀ ਉਸ ਗੱਲ ਦਾ ਜਵਾਬ ਦੇਣਗੇ, ਆਪਾਂ ਲੰਬੀ ਗੱਲ ਚ ਨਹੀਂ ਪੈਣਾ। ਲੰਬੀ ਨਹੀਂ, ਆਲਰਾਈਟ ਠੀਕ ਆ। ਰਾਈਟ, ਜਿਹੜੀ ਦੋ ਕਮਿਊਨਿਟੀਜ਼ ਆ ਜੋ ਸਾਡੇ ਜੋ ਇਸ ਬਿੱਲ ਦੇ ਖਿਲਾਫ ਆ ਇਸ ਵੇਲੇ, ਹੈ ਨਾ, ਹਜੀ ਬਹੁਤ ਪਿੱਛੇ ਆ। ਉਹਨਾਂ ਨੇ ਉਸ ਦਿਨ ਰਾਈਟ ਹਰ ਇੱਕ ਐਮਪੀ ਨੂੰ ਈਮੇਲਸ ਭੇਜੀਆਂ, ਉਹ ਹਰ ਇੱਕ ਨੂੰ ਕੋਸ਼ਿਸ਼ ਕੀਤੀ ਟੈਲੀਫੋਨ ਕਰਨ ਦੀ, ਸਾਡੇ ਚੋਂ ਨਹੀਂ ਕਿਸੇ ਨੇ ਕੀਤਾ। ਰਾਈਟ, ਆਪਾਂ ਨੂੰ ਹੁਣ ਥੋੜਾ ਜਿਹਾ ਆਰਗੇਨਾਈਜ਼ ਹੋਣਾ ਪੈਣਾ ਹੈ, ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਸੀਗਾ ਐਜੂਕੇਟ, ਐਜੀਟੇਟ, ਇਹ ਬਸ ਹੁਣ ਕਰਨ ਦੀ ਲੋੜ ਹੈ। ਥੈਂਕ ਯੂ ਰਾਜੀ। ਹੈਲੋ ਜੈਗਦੇਵ ਜੀ। ਹੈਲੋ, ਪ੍ਰੋਗਰਾਮ ਬਹੁਤ ਸੋਹਣਾ ਵਧੀਆ ਚੱਲ ਰਿਹਾ ਡਿਸਕਸ਼ਨ ਦਾ। ਹਾਂਜੀ, ਬੜੀ ਇਨਫੋਰਮੇਸ਼ਨ ਮਿਲਦੀ ਹੈ ਆਪਣੀ ਕਮਿਊਨਿਟੀ ਨੂੰ। ਥੈਂਕ ਯੂ। ਮੈਂ ਇੱਕੋ ਹੀ ਬੇਨਤੀ ਕਰਨੀ, ਜੇ ਕੋਈ ਹਾਂਜੀ ਲਾਈਨ ਤੇ ਆ ਕੇ ਸ਼੍ਰੀ ਗੁਰਦਾਸ ਮਹਾਰਾਜ ਨੂੰ ਭਗਤ ਕਹਿੰਦਾ ਨਾ, ਹਾਂਜੀ, ਤੁਸੀਂ ਉਹਦਾ ਟਿਕਟ ਟਿੱਪਣੀ ਨਾ ਕਰੋ, ਕਿਉਂਕਿ ਭਗਤ ਦਾ ਦਰਜਾ ਜਿਹੜਾ ਗੁਰਬਾਣੀ ਦੇ ਵਿੱਚ ਉੱਚਾ ਆ। ਚਲੋ ਭਾਈ, ਉਹ ਰੱਬ ਭਗਤਾਂ ਨੇ ਬਸ ਕੀਤਾ ਆ। ਇਹ ਤੁਸੀਂ ਉਹਦੀ ਗੱਲ ਸੁਣੋ ਪੂਰੀ ਨਾ। ਠੀਕ ਹੈ, ਗੱਲ ਸੁਣਦੇ ਭਾਜੀ। ਅਸੀਂ ਦੇਖੋ ਜਿਹੜੀ ਅਸੀਂ ਨਾ ਮੁੱਦਾ, ਪਹਿਲੀ ਗੱਲ ਅਸੀਂ ਇਹ ਨਹੀਂ ਗੱਲ ਹੋਈ, ਅਸੀਂ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਅਸੀਂ ਤਰੇ ਕੱਟ ਕਰ ਦਿੱਤੀ ਕਾਲ, ਅਸੀਂ ਉਸ ਬਹਿਸ ਚ ਪਾਵਾਂਗੇ ਲੰਬਾ ਕੰਮ ਹੋ ਜਾਊਗਾ। ਠੀਕ ਹੈ, ਥੈਂਕ ਯੂ ਜੀ। ਹੈਲੋ ਜੈਗਦੇਵ ਜੀ। ਹੈਲੋ 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 ਜੈਗਦੇਵ ਜੀ। ਹੈਲੋ 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 ਜੀ ਰਵੇਸ਼ ਸਾਹਿਬ। ਜੈਗਦੇਵ ਜੀ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੈ ਗੁਰਦੇਵ ਜੀ, ਸਾਰੇ ਪੈਨਲ ਨੂੰ ਅਸੀਂ ਬਰਮਿੰਘਮ ਤੋਂ ਬੋਲ ਰਹੇ ਹਾਂ ਜੀ। ਮੇਰਾ ਨਾਮ ਬਲਬੀਰ ਸਿੰਘ ਰਾਏ ਆ। ਹਾਂਜੀ ਰਾਏ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਮੈਂ ਕਹਿਣਾ ਚਾਹੁੰਦਾ ਬਈ ਇਹ ਜਿਹੜਾ ਬਿੱਲ ਪਾਸ ਹੋਣਾ ਸੀ, ਇਹਦੇ ਲਈ ਜਿਹੜੀਆਂ ਵੋਟਾਂ ਪੈਣੀਆਂ ਨਾ, ਉਹਨਾਂ ਦੇ ਜਿਹੜੇ ਸਮਝਦਾਰ ਲੋਕ ਆ ਉਹ ਵੋਟਾਂ ਪਾਉਣਗੇ। ਜਿਨ੍ਹਾਂ ਦੇ ਖੂਨ ਵਿੱਚ ਜਾਤ ਪਾਤ ਕੱਟੜਤਾ ਨਾਲ ਭਰਿਆ ਹੋਇਆ, ਹਾਂਜੀ, ਉਹ ਇਹਦੇ ਖਿਲਾਫ ਵੋਟ ਪਾਉਣਗੇ, ਕਿਉਂਕਿ ਉਹ ਜਾਤ ਪਾਤ ਨੂੰ ਰੱਖਣਾ ਚਾਹੁੰਦੇ ਆ। ਠੀਕ, ਸਹੀ ਗੱਲ ਆ। ਤੇ ਉਹ ਬੰਦੇ ਨਹੀਂ ਬਣਨਾ ਚਾਹੁੰਦੇ, ਉਹ ਬੜੇ ਕੱਟੜ ਲੋਕ ਆ ਜਿਨ੍ਹਾਂ ਨੇ ਵੋਟ ਨਹੀਂ ਪਾਉਣੀ। ਠੀਕ,
ਉਹਨਾਂ ਨੂੰ ਬੰਦੇ ਬਣ ਜਾਣਾ ਚਾਹੀਦਾ ਇਸ ਮੁਲਕ ਵਿੱਚ ਆ ਕੇ ਉਹਨਾਂ ਨੂੰ ਬੰਦਿਆਂ ਵਾਲੇ ਕੰਮ ਕਰਨੇ ਚਾਹੀਦੇ ਤੇ ਇਸ ਗਵਰਨਮੈਂਟ ਤੋਂ ਕੁਝ ਸਿੱਖਣਾ ਚਾਹੀਦਾ। ਆਪਾਂ ਜਿਹੜੇ ਵਰਡਿੰਗ ਆ ਸਹੀ ਯੂਜ਼ ਕਰਨੇ ਆਪਾਂ ਗਲਤ ਨਹੀਂ ਕਰਨਾ ਕੋਈ, ਉਹ ਤਾਂ ਠੀਕ ਹੈ ਤੁਹਾਡੀ ਜੋ ਤੁਸੀਂ ਕਿਹਾ ਬਹੁਤ ਵਧੀਆ ਕਿਹਾ ਆ ਤੇ ਉਹਨਾਂ ਦੇ ਖੂਨ ਦੇ ਵਿੱਚ ਹੈਗਾ ਉਹ ਕਿੱਦਾਂ ਬਦਲ ਜਾਣਗੇ। ਤੇ ਹੈਲੋ ਜਗਦੇਵ ਜੀ, ਹੈਲੋ ਹੈਲੋ ਹਾਂਜੀ ਜਗਦੇਵ ਜੀ। जय गुरुदेव, जय भीम, नमो बुद्धाय। जय गुरुदेव, जय भीम, नमो बुद्धा जी। साहब जी कौन थे, कितों बोल रहे जी? मैं डॉक्टर रमेश गौतम बोल रहा हूँ बाग शहर से। हाँ जी गौतम जी, की कहना चाहते हो? नहीं, मैं यही कहना चाहता हूँ कि मतलब कास्ट डिस्क्रिमिनेशन के बारे में यहाँ पे, क्योंकि मैं भी NHS में काम किया है और मैंने खुद मतलब आई हैव सफर्ड विद कास्ट डिस्क्रिमिनेशन हियर विद इन वर्किंग विद इन NHS। अच्छा जी। और मैंने लॉर्ड हैरिस को भी मतलब पार्लियामेंट में जाके उनसे मिला है, अपना केस स्टडी दिया है, वहाँ पे स्टेटमेंट्स दिए हैं। और मतलब मुझे लगता है कि जरूरी पास होना चाहिए, बिकॉज हम लोग अब भी मतलब 19th सेंचुरी में नहीं जी रहे हैं, वी आर लिविंग इन 21st सेंचुरी। और हम लोगों को हर तरीके की हर जगह इक्वालिटी होना चाहिए सब चीजों को, और जो लोग हम डिप्राइव्ड रहे हैं उनको अपॉर्चुनिटी मिलना चाहिए कुछ भी करने का जीवन में। और मेरा सबसे लोगों से यही वो विनती है कि वो लोग अपने अपने MPs को जाके मिलें या उनको लिखें, और जिससे कि ये लॉ पास हो जाए यहाँ पे इस गवर्नमेंट में। उससे पास होने से हमें केवल यहाँ से फायदा नहीं रहेगा, हम लोगों को इंडिया में भी बेनिफिट मिलेगा, बिकॉज उसके बाद यहाँ की गवर्नमेंट जब भी इंडिया में वहाँ पे जाएंगे या कुछ होगा तो उनको भी प्रेशर होगा कि जो इनइक्वालिटी आफ्टर इवन लाइक 65-66 years ऑफ इंडिपेंडेंस के बाद भी जो अभी इनइक्वालिटी चल रही है वो थोड़ी खत्म हो चुकी है। अभी भी आप देखोगे कितने हरियाणा में और दूसरे पार्ट ऑफ द इंडिया में कितने रेप केसेस हो रहे हैं अगेंस्ट दलित बेसिकली। वो रेप केसेस केवल फिजिकल अब्यूज नहीं है, they are also emotional abuse, they are destroying whole generation, you know, our educated people by raping them। ਇਹ ਸਨ ਸਾਡੇ ਗੌਤਮ ਜੀ। ਡਾਕਟਰ ਸਾਹਿਬ ਵਿਜੇ ਜੀ, ਤੁਸੀਂ ਉਹਨਾਂ ਨੇ ਦੱਸਿਆ ਉਹਨਾਂ ਨਾਲ ਇੱਥੇ ਵੀ ਡਿਸਕ੍ਰਿਮੀਨੇਸ਼ਨ ਹੋਈ ਹੈ, NHS ਦੇ ਵਿੱਚ ਉਹ ਕੰਮ ਕਰਦੇ ਸੀ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ये सुन के ये यकीन नहीं होता, जैसे उन्होंने कहा है कि हम 21वीं सदी में जीत रहे, यहाँ पे मैं जी रहे। यहाँ पे मैं कुछ आपको ये देना चाहता हूँ इनपुट्स कि नेशनल इंस्टीट्यूट ऑफ इकोनॉमिक एंड सोशल रिसर्च, जो कि UK की ही बॉडी है, उन लोगों ने ऑलरेडी सबमिशन दे दिया है कि यहाँ पे ऐसे एविडेंसेस है कि कास्ट डिस्क्रिमिनेशन हो रहा है। उसके बाद मैं ये कहना चाहता हूँ कि यूनाइटेड नेशन जो सबसे हाईएस्ट बॉडी है, तो यूनाइटेड नेशंस कमिटी ऑफ एलिमिनेशन ऑफ रेशियल डिस्क्रिमिनेशन, जिसको हम UNCERD कहते हैं, उन्होंने ऑलरेडी यहाँ पे रिपोर्ट सबमिट करके बोला है कि आप कास्ट डिस्क्रिमिनेशन को रेस डिस्क्रिमिनेशन का पार्ट मानो। ऐसा रिकमेंडेशन यूनाइटेड नेशंस के बॉडी ने ऑलरेडी UK गवर्नमेंट को दिया है। और ये NIESR ये तो UK ओन्ड गवर्नमेंट बॉडी है। और उसके बाद जो ACDA करके है, जो दलित वर्गों के लिए एट्रोसिटी के लिए वो काम करती है यहाँ के, उन लोगों ने ऑलरेडी उनको ये सबमिशन दिया हुआ है। और यहाँ पे वो मैं पढ़ना चाहता हूँ अगर आपकी अनुमति हो। 23-24 अगस्त में जो यूनाइटेड नेशंस के ये ठहराव पास हुआ, उसमें लिखा है रिकॉलिंग इट्स प्रिवेंशन कंक्लूडिंग ऑब्जर्वेशन CERD by 63 by CO by 11 para 25 and its general recommendation in 29/2002 on dissent, the committee recommends that the minister responsible in the state party invoke section 9 by 5 by A of the Equality Act 2010 to provide for caste to be an aspect of race in order to provide remedies to victims of this form of discrimination. The committee further requests the state party to inform the committee of development on matter in next periodic meeting। मतलब उनको रिकमेंडेशन करके ये बोला कि जब नेक्स्ट मीटिंग होगी तो तब तक ये एक्सेप्ट होना चाहिए। तो मुझे ये यकीन नहीं होता है कि इतना सारा एविडेंस होने के बावजूद भी। और दूसरा मुझे आश्चर्य ये लगता है कि यहाँ के एक जो स्विंसन करके है, उन्होंने एक स्टेटमेंट दिया है कि ये जो कास्ट डिस्क्रिमिनेशन का मैटर है वो हिंदी और सिखिज्म में है। तो हाउ कैन शी से लाइक दैट? हिंदू और सिखिज्म आपके ब्रिटिश सोसाइटी का पार्ट नहीं है? आप अभी भी उनको बोल रहे कि आप सिख और जैन हिंदू का ये पार्ट है, आप डिसाइड करो, जबकि वो ब्रिटिश पासपोर्ट होल्डर है, आपके सोसाइटी के पार्ट है। और अभी आप ये स्टेटमेंट देते हैं कि वो उनका मसला है, ये मसला तो आपका ही है। उससे तो ज्यादा आप गुनहगार है कि आप अभी भी उनका अपना पार्ट मानते तो है, हो रहा है। इन्होंने एक्सेप्ट किया है। यहाँ ये गवर्नमेंट बॉडीज के नाम दे रहा हूँ, जो नेशनल इंस्टीट्यूट ऑफ इकोनॉमिक एंड सोशल रिसर्च, उसके बाद यूनाइटेड नेशंस कमिटी ऑफ एलिमिनेशन ऑफ रेशियल डिस्क्रिमिनेशन और एंटी कास्ट डिस्क्रिमिनेशन
अलायंस, इन लोगों ने ये ऑलरेडी ऑफिशियल है, और जो डिबेट हुई है वहाँ के मेंबर ऑफ पार्लियामेंट ने सबने ये माना है कि ये है। और उस पे से अभी जो स्मिसन का कहना है कि इसके लिए एजुकेशन की ज़रूरत है। अब जब हम एजुकेशन फंड देखने जाएंगे कि 20,000 समथिंग, बहुत स्मॉल अमाउंट उस पर प्रोवाइड है, और उसके एजुकेशन के जरिए वो हटाना चाहते हैं। जब 100 सालों में ये हो नहीं पाया है तो वो टाइम पे आपने क्या एजुकेशन दिया? जो हम मानते हैं कि ब्रिटेन इज द मदर ऑफ डेमोक्रेसी, तो वो इसमें हम ये रिस्पॉन्सिबल लोग अगर ऐसा मानते हैं तो इट इज शेमफुल थिंग। इट इज वेरी शेमफुल थिंग। एक चीज़ क्लैरिफाई कर दी है, उन्होंने ये नहीं किया कि सिखिज्म ਦੇ ਵਿੱਚ ਆ, ਰਾਈਟ, ਸਿੱਖੀਜ਼ਮ ਦੇ ਵਿੱਚ ਅਸੀਂ ਵੀ ਮੰਨਦੇ ਆ, ਸਿੱਖ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਉਹਦੇ ਵਿੱਚ ਨਹੀਂ ਹੈ, ਰਾਈਟ, ਪਰ ਸਿੱਖਾਂ 'ਚ ਹੈ, ਉਹਨਾਂ 'ਚ ਫੋਲੋਅਰਾਂ 'ਚ ਹੈ। ਯੂ نو ਇਹ ਆਪਾਂ ਥੋੜਾ ਕਲੈਰੀਫਾਈ ਕਰ ਦਈਏ। ਬਿੱਲ 'ਚ ਵੀ ਇਹੀ ਲਿਖਿਆ ਹੈ ਕਿ ਸਿੱਖ ਕਮਿਊਨਿਟੀ 'ਚ ਹੈ, ਪਰ ਸਿੱਖੀਜ਼ਮ ਦੇ ਵਿੱਚ ਨਹੀਂ ਹੈ। ਅੱਛਾ, ਹੁਣ ਕਾਲ ਆਈ। ਹੈਲੋ ਹੈਲੋ, ਜਿੱਦਾਂ ਕਈ ਵਾਰੀ ਜਦੋਂ ਨਾ ਕੋਈ ਗੱਲ ਹੁੰਦੀ ਆ ਉਹ ਸੰਵਿਧਾਨ ਨੂੰ ਕਹਿ ਦਿੰਦੇ ਆ, ਅਸੀਂ ਸੰਵਿਧਾਨ ਦੇ ਉੱਤੇ ਲੈ ਜੰਨੇ ਐਂਡ ਦੇ ਉੱਤੇ। ਹੈਲੋ ਜਗਦੇਵ ਜੀ, ਹੈਲੋ हेलो हेलो जगदेव जी साहब जी, कौन थे, कितों बोल रहे जी? ओके, मैं चरणजीत सिमखा जी क्वांटी तो बोलदा। हाँ जी साहब जी, की कहना चाहते हो? मैं यही भी कहना चाहता अपने, क्योंकि इंसानियत के तौर पर तो बिल पास हो जाना चाहिए सीगा, ठीक, क्योंकि ये आपां नूं इंसान नहीं समझे, इस करके भी बिल पास नहीं होया। अच्छा जी, तो मैं यही आपां भी एमपीआं नूं बेनती करते हैं, प्लीज़ सानू भी इंसान समझो, जिद्दां साडी भी जो है मुश्किल जो है साडी भी हल करो, क्योंकि असीं ये भी सफर होर नहीं होना चाहते। ठीक है जी, तो इन्ने कहंदा होया। थैंक यू जी, धन्यवाद, थैंक यू, जय गुरुदेव, धन्यवाद। ਹੈਲੋ, ਉਹ ਜਦੋਂ ਸੰਵਿਧਾਨ ਦੀ ਗੱਲ ਕਰਦੇ ਕਹਿੰਦੇ ਇੱਕ ਬੰਦੇ ਦੀ ਸ਼ੋ ਮਾੜੀ ਹੈ, ਇੱਕ ਪਸ਼ੂ ਦਾ ਮੂਤਰ ਚੰਗਾ ਹੈ, ਲੱਖ ਗੰਦ ਹੋਵੇ ਲੱਖ ਪ੍ਰਦੂਸ਼ਣ, ਗੰਗਾ ਤਾਂ ਫਿਰ ਵੀ ਗੰਗਾ ਹੈ, ਹਰ ਪਾਸੇ ਗੈਰ ਬਰਾਬਰੀਆਂ, ਉੱਤੋਂ ਜਾਤ ਪਾਤ ਦਾ ਪੰਗਾ ਹੈ, ਸ਼ਰੇਆਮ ਕਾਨੂੰਨ ਨੂੰ ਤੋੜਨਗੇ, ਸ਼ਰੇਆਮ ਕਾਨੂੰਨ ਨੂੰ ਤੋੜਨਗੇ, ਕਹਿੰਦੇ ਸੰਵਿਧਾਨ ਨਹੀਂ ਚੰਗਾ ਹੈ, ਸਹਿਜਲ ਨਹੀਂ ਸਾਲ ਦਾ ਕੋਈ ਦਿਨ ਜਿਸ ਦਿਨ ਨਹੀਂ ਹੁੰਦਾ ਦੰਗਾ ਹੈ। ਉਹ ਜਿਹੜੇ ਬੰਦਿਆਂ ਨੇ ਤੋਂ ਜਿਹੜੇ ਕਾਨੂੰਨ ਤੋੜਨਾ ਹੈ ਉਹਨਾਂ ਲਈ ਸੰਵਿਧਾਨ ਆਪੇ ਨਹੀਂ ਚੰਗਾ, ਕਿਉਂਕਿ ਸੰਵਿਧਾਨ ਦੀ ਧਾਰਾ ਹੀ ਇੱਦਾਂ ਦੀਆਂ ਹਨ ਕਿ ਉਹਦੇ ਵਿੱਚ ਰਹਿ ਕੇ ਤੁਸੀਂ ਕੰਮ ਇੱਦਾਂ ਦੇ ਜਿਹੜੇ ਗਲਤ ਕਰੋਗੇ ਉਹਨੂੰ ਸਜ਼ਾ ਮਿਲੂਗੀ, ਫਿਰ ਮਗਰੋਂ ਕਹਿੰਦੇ ਸੰਵਿਧਾਨ ਚੇਂਜ ਹੋਣਾ ਚਾਹੀਦਾ ਹੈ। चक्रवर्ती साहब, ਤੁਹਾਡਾ ਕੀ ख्याल है इस बारे? मेरा ख्याल तो यही है कि जिस तरह से जो हमारे सभी लोग जिस तरह से मक्कम है कि किसी न किसी हालत में ये जो लीगल प्रोटेक्शन हमारे लोगों को आने वाली पीढ़ी को मिलना ही चाहिए, क्योंकि हम तो जो है अभी टिकट कटा के लाइन में खड़े हुए लोग हैं, हमारी तो सारी ज़िंदगी चली गई यहाँ। लेकिन बात रही ये कि अगर ये कानून अभी नहीं बना, लीगल प्रोटेक्शन जो हमारे बच्चे लोगों को नहीं मिली, नौजवानों को नहीं मिले, वो पढ़े लिखे हैं और वो इलेक्ट्रॉनिक मीडिया का साथ लेके, रमेश जी, पूरे के पूरे न्यूज़ में कहो, कल जो है माने जो लास्ट मंगलवार को इतने मीडिया के लोग आए थे, इतने जो प्रेस के लोग आए थे, मीडिया के आए थे, टेलीविज़न के आए थे, रेडियो के आए थे, हमारी अपनी टेलीविज़न भी वहाँ हाजिर थी, आकाशी टीवी, और उसने भी कवरेज किया, और वो होना ही होना है, और लोगों की सभी की राय यही है कि ये होके ही रहना चाहिए। हाँ, विक्टिम ये है। हेलो जगदेव जी, हेलो, हाँ जी, कॉल ड्रॉप हो गया। राज जी ਤੁਸੀਂ ਕਹਿ, ਹਾਂਜੀ, ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜੋ ਕਨਸਟੀਟਿਊਸ਼ਨ ਆ, ਹੁਣ ਜਿਹੜਾ ਆਪਾਂ ਨੂੰ ਕਾਨੂੰਨ, ਜਿਹੜਾ ਆਪਾਂ ਨੂੰ ਰਾਈਟਸ ਮਿਲੇ, ਉਹ ਜੋ ਕਾਨੂੰਨ ਕਨਸਟੀਟਿਊਸ਼ਨ ਲਿਖਿਆ ਉਹਦੇ ਮੁਤਾਬਕ ਮਿਲੇ ਆ, ਰਾਈਟ। ਹੁਣ ਤੁਸੀਂ ਪਹਿਲਾਂ ਗੱਲ ਕਰਕੇ ਹਟਿਆ, ਕੁਝ ਲੋਕ ਕਹਿੰਦੇ ਆ ਕਿ ਕਨਸਟੀਟਿਊਸ਼ਨ 'ਚ ਕੋਈ ਪ੍ਰੋਬਲਮ ਆ, ਕਿ ਇਹਦੇ 'ਚ ਕਮੀਆਂ ਆ, ਰਾਈਟ। ਮੈਂ ਵੀ ਸੁਣਿਆ, ਮੈਂ ਜੋ ਲਾਸਟ ਵੀਕ 14 ਤਰੀਕ ਨੂੰ ਇੰਡੀਆ ਹਾਊਸ 'ਚ ਪ੍ਰੋਗਰਾਮ ਮਨਾਇਆ ਗਿਆ, ਉੱਥੇ ਕਿਸੇ ਨੇ ਸਟੇਜ ਤੋਂ ਕਿਹਾ ਹੈ ਇਹ ਗੱਲ ਕਹੀ ਆ ਕਿ ਕਨਸਟੀਟਿਊਸ਼ਨ 'ਚ ਕਮੀ ਆ। ਕਿਹੜੀ ਕਮੀ ਆ? ਸਾਨੂੰ ਜੋ ਰਾਈਟਸ ਮਿਲੇ ਆ ਉਹ ਤੋਂ ਮਿਲੇ। ਐਂਡ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ 2 ਮਹੀਨੇ ਪਹਿਲਾਂ ਇੰਡੀਆ ਦੇ ਜੋ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਇਹ ਗੱਲ ਕੀਤੀ ਸੀ ਕਿ ਕਨਸਟੀਟਿਊਸ਼ਨ ਪ੍ਰੋਬਲਮ ਆ, ਰਾਈਟ। ਫਿਰ ਇਹ ਕਿਹਦੀ ਗੱਲ ਕਰਦੇ ਆ, ਜਿਹੜੇ ਜਿਨ੍ਹਾਂ ਨੂੰ ਉੱਥੇ ਇੰਡੀਆ ਹਾਊਸ ਗੱਲ ਕੀਤੀ ਆ, ਉਹ ਸਾਡੀ ਕੌਮ ਲਈ ਗੱਲ ਕਰ ਰਹੇ ਆ ਜਾਂ ਉਹ ਜੋ ਬਾਦਲ ਚਾਹੁੰਦਾ ਉਹ ਕਰ ਰਿਹਾ? ਉਹਦੇ ਫੇਵਰ 'ਚ ਆ ਨਾ, ਜਦੋਂ ਅਸੀਂ ਕੁਰਸੀ ਦੂਈ ਲੈਣੀ ਹੋਵੇ ਤਾਂ ਸਾਨੂੰ ਕੋਈ ਨਾ ਕੋਈ ਕਹਿਣਾ ਪੈਂਦਾ। ਹਾਂ ਹਾਂ, ਬਸ। ਹਾਂਜੀ ਡਾਕਟਰ ਸਾਹਿਬ ਤੁਸੀਂ, ਹੈਲੋ ਜਗਦੇਵ ਜੀ, ਹੈਲੋ ਹੈਲੋ, ਜੈ ਗੁਰਦੇਵ ਜੀ, ਜੈ ਗੁਰਦੇਵ ਜੀ, ਧੰਨਗਦੇਵ ਸਾਹਿਬ ਜੀ, ਕੌਣ ਤੇ ਕਿੱਥੋਂ ਬੋਲ ਰਹੇ? ਹੈਲੋ, ਹਾਂਜੀ ਹਾਂਜੀ ਸਾਹਿਬ ਜੀ ਬੋਲੋ। ਹਾਂਜੀ, ਮੈਂ ਨਰੇਸ਼ ਕੁਮਾਰ ਬੋਲਦਾ ਜੀ, ਇਟਲੀ ਤੋਂ। ਹਾਂਜੀ ਬਾਜੀ, ਕੀ ਕਹਿਣਾ ਚਾਹੁੰਦੇ ਹੋ?
ਮੈਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰੇ ਜਗਤ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ। ਬਹੁਤ ਵਧਾਈਆਂ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਇੱਕ ਹੁਕਮ ਹੋਵੇ ਤੁਹਾਡਾ, ਇੱਕ ਦੋ ਲਾਈਨਾਂ ਕਹਿਣੀਆਂ ਚਾਹੁੰਦਾ। ਸ਼ਾਰਟ ਰੱਖਿਓ ਟਾਈਮ ਥੋੜਾ ਆਪਾਂ ਕੋਲ। ਹਾਂਜੀ ਚਲੋ। ਹੈਲੋ, ਆਉਣ ਦਿਓ। ਨਾ ਕੋਈ ਨਹੀਂ ਆ ਜਾਓ। ਅੱਛਾ ਜੀ। ਭੀਮ ਤੇਰੀ ਕੁਰਬਾਨੀ ਸਦਕਾ ਗੁਰੂ ਧਾਮ ਲੈ ਖੋਲ, ਗੁਰੂਆਂ ਦਾ ਪੂਰਾ ਕਰ ਦਿਖਾਇਆ ਇੱਕ ਇੱਕ ਤੂੰ ਬੋਲ, ਬੱਚੇ ਛੱਡ ਤੂੰ ਆਪਣੇ ਲਿਆ ਜਿਨ੍ਹਾਂ ਨੂੰ ਗੋਦ, ਬਾਬਾ ਸਾਹਿਬ ਤੇਰੀ ਫੋਟੋ ਦਾ ਉਹ ਕਿਉਂ ਕਰਨ ਵਿਰੋਧ, ਮਨੂ ਸੋਚ ਨੂੰ ਅਜੇ ਵੀ ਜਿਹੜੇ ਲਾਗੂ ਕਰਨਾ ਚਾਹੁੰਦੇ ਨੇ, ਦਲਿਤ ਸਮਾਜ ਦੇ ਬੰਦਿਆਂ ਤੋਂ ਜੋ ਆਪਣੇ ਬੋਲ ਬੁਲਾਉਂਦੇ ਨੇ, ਗੁਰੂ ਘਰਾਂ ਵਿੱਚ ਫੋਟੋ ਲਾਉਣਾ ਉਹ ਸਮਝਦੇ ਬੋਝ, ਬਾਬਾ ਸਾਹਿਬ तेरी फोटो ਦਾ ਉਹ ਕਿਉਂ ਕਰਨ ਵਿਰੋਧ। थैंक यू वेरी मच, बहुत शुक्रिया, बहुत बहुत धन्यवाद जी। डॉक्टर साहब ਤੁਸੀਂ ਕੋ ਕਹਿਣਾ ਚਾਹੁੰਦੇ? ਹਾਂਜੀ यस सर, कल आई वाज जस्ट गोइंग थ्रू बीबीसी न्यूज़ और अपना टाइम थोड़ा शॉर्ट रखो तो बीबीसी न्यूज़ में पृथ्वी केली को मैंने रोते हुए देखा और मुझे ऐसा लगा कि जो आदमी ने पूरी ज़िंदगी ये समाज के लिए व्यतीत कर दिया है, आज उसके साथ अगर ऐसा हो रहा है और यहाँ पे 2 लाख 3 लाख के ऊपर लोअर कास्ट पीपल है, उनको अगर ऐसी ज़िंदगी जीनी पड़ रही है तो ये मैं समझता हूँ कि बहुत गलत बात है। और यूके गवर्नमेंट का जो इक्वलिटी स्ट्रैटेजी बिल्डिंग फेयर ब्रिटेन दिसंबर 10 में जो आया था, जिसका 2 प्रिंसिपल था, इक्वल ट्रीटमेंट एंड इक्वल अपॉर्चुनिटी, तो इसमें क्या ये हमारा हिंदी, सिख और दलित कम्युनिटी इंक्लूड नहीं है? इट शुड बी इक्विवेलेंट टू ऑल ऑफ यू एंड दे शुड। धन्यवाद ਤੁਹਾਡਾ बहुत बहुत। हाँ जी चक्रवर्ती साहब, हाँ डॉक्टर साहब जो कहा और डॉक्टर साहब जो महसूस कर रहे हैं वही बात मैं आगे कहता हूँ, और किसी भी हालत में ये कारवा रुकने वाला नहीं है। और जैसे हमारे साथी ने जो 1-2 लाइन कही, मैं भी चंद लाइन जल्दी से कहना चाहता। सॉरी जी, ਹੁਣ ਟਾਈਮ ਹੈ ਨਹੀਂ। ਰਾਜ ਜੀ ਤੁਸੀਂ ਜਾਂਦੇ ਫਿਊ ਸੈਕਿੰਡ। ਯੈਸ, ਬਸ ਇਹੀ ਆ ਬੇਨਤੀ ਆ ਕਿ ਹੁਣ ਜਿਹੜੀ ਚਿੱਠੀ ਆ ਅਸੀਂ ਲਿਖ ਕੇ ਪਾਈ ਆ ਕਾਂਚੀ ਟੀਵੀ ਤੇ, ਤੁਸੀਂ ਉਹ ਦੇਖ ਕੇ ਤੁਸੀਂ ਆਪਣੇ ਐਮਪੀ ਨੂੰ ਪਾਓ ਕਿ ਉਹ ਨਾਲੇ ਜੋ ਲੋਰਡਸ ਆ, ਜੋ ਤੁਹਾਡੇ ਏਰੀਆ ਦੇ ਰਿਪਰੈਜ਼ੈਂਟੇਟਿਵਸ ਆ ਲੋਰਡਸ ਦੇ ਵਿੱਚ, ਬਸ ਉਹਨਾਂ ਨੂੰ ਚਿੱਠੀਆਂ ਪਾਓ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰੀਏ, ਆਪਣੇ ਅਵਿਨਾਸ਼ ਕੰਬਲੇ ਜੀ ਦਾ ਵੀ, ਸਾਰਿਆਂ ਵੱਲੋਂ ਸਾਡੇ ਵੱਲੋਂ ਉਹਨਾਂ ਦਾ ਧੰਨਵਾਦ ਹੈ ਜੀ। ਵੈਲਕਮ ਤੁਹਾਡਾ ਜੀ ਇੱਥੇ ਲੰਡਨ ਆਉਣ ਦਾ, ਤੁਹਾਡੇ ਸਟੂਡੀਓ ਦੇ ਵਿੱਚ ਆ ਕੇ ਜੋ ਵੀ ਤੁਸੀਂ ਵਿਚਾਰ ਦਿੱਤੇ ਜਾਂ ਸਾਨੂੰ ਰਾਹੇ ਬਗਾਹੇ ਤੁਸੀਂ ਸਾਨੂੰ ਵਿਚਾਰ ਦਿਓਗੇ, ਅਸੀਂ ਉਹਨਾਂ ਦੇ ਉੱਤੇ ਚੱਲਾਂਗੇ। ਤੇ ਇਸੇ ਦੇ ਨਾਲ ਅਸੀਂ ਇਸੇ ਤਰ੍ਹਾਂ ਚੱਲਦੇ ਆਪਾਂ ਸਾਰਿਆਂ ਵੱਲੋਂ ਤੇ ਬਾਬਾ ਸਾਹਿਬ ਦੇ ਗੁਰਪੁਰਬ ਦੀ ਸਭ ਨੂੰ, ਬਾਬਾ ਸਾਹਿਬ ਦੇ ਜਯੰਤੀ ਜੋ ਮਨਾਈ ਜਾ ਰਹੀ ਹੈ ਵਰਲਡ ਦੇ ਕੋਨੇ 'ਚ, ਤਾਂ ਉਹਦੀਆਂ ਸਭ ਨੂੰ ਅਸੀਂ ਵਧਾਈਆਂ ਦਿੰਦੇ ਹਾਂ। ਤੇ ਇੱਥੇ ਅਸੀਂ ਸਮਾਪਤ ਕਰਦੇ ਹਾਂ, ਅਗਲੇ ਹਫਤੇ ਫਿਰ ਮਿਲਾਂਗੇ ਵੀਰਵਾਰ ਨੂੰ ਇਸੇ ਟਾਈਮ ਦੇ ਉੱਤੇ। ਰਮੇਸ਼ ਕਲੇਰ ਵੱਲੋਂ ਜੈ ਗੁਰਦੇਵ, ਧੰਨ ਕਰਦੇ। धन्यवाद रमेश जी, धन्यवाद काशी टीवी।